ਅਸੀਂ ਫਿਰ ਤੋਂ ਦਾਊਦ ਦੇ ਜ਼ਬੂਰਾਂ ਤੋਂ ਗੌਰ ਕਰਾਂਗੇ। ਤਾਂ ਅੱਜ ਦੇ ਇਸ ਐਪੀਸੋਡ 'ਚ ਅਸੀਂ ਜ਼ਬੂਰ 15 ਵਿੱਚ ਜਾਵਾਂਗੇ। ਸਾਡੇ ਵਿੱਚ ਅੱਜ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਵਚਨ ਵਿੱਚੋਂ ਪੜ੍ਹਨਗੇ ਤੇ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਰੀਡਿੰਗ ਵਿੱਚ ਜਾਈਏ, ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। आओ ਅਸੀਂ ਸਾਰੇ ਆਪਣੇ ਸਰਾਂ ਨੂੰ ਝੁਕਾਈਏ ਤੇ ਖੁਦਾ ਦੀ ਹਜ਼ੂਰੀ ਦੇ ਵਿੱਚ ਚਲੀਏ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਦਿਨ ਭਰ ਦੀ ਹਿਫਾਜ਼ਤ ਨਿਗਰਾਨੀ ਲਈ, ਜਿਸ ਨੂੰ ਸਭ ਨੂੰ ਹਰ ਤਰ੍ਹਾਂ ਨਾਲ ਬਚਾ ਕੇ ਆਪਣੇ ਲਹੂ ਦੇ ਵਿੱਚ ਖੁਦਾਵੰਦ ਕਵਰ ਕਰਕੇ ਰੱਖਿਆ ਤੇ ਹਰ ਤਰ੍ਹਾਂ ਦੀ ਮੁਸੀਬਤ ਤੋਂ ਬਚਾ ਕੇ ਰੱਖਿਆ। ਸੁਣਨ ਵਾਲਿਆਂ ਦੇ ਲਈ ਖੁਦਾਵੰਦ ਦੁਆ ਕਰਦੇ ਹਾਂ ਤੂੰ ਉਹਨਾਂ ਦੇ ਵੀ ਨਾਲ ਹੋ। ਅੱਜ ਜੋ ਕੁਛ ਵੀ ਖੁਦਾਵੰਦ ਅਸੀਂ ਜ਼ਬੂਰ 15 ਦੇ ਵਿੱਚ ਤੇਰੇ ਖਾਦਮ ਦੇ ਜ਼ਰੀਏ ਸਿੱਖਦੇ ਹਾਂ, ਉਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਈਏ। ਇਹੋ ਨਾ ਹੋਏ ਕਿ ਖੁਦਾਵੰਦ ਸੁਣ ਕੇ ਤੇ ਇੱਥੇ ਹੀ ਛੱਡ ਜਾਈਏ, ਬਲਕਿ ਖੁਦਾਵੰਦ ਤੇਰੇ ਇਸ ਕਲਾਮ ਨੂੰ ਖੁਦਾਵੰਦ ਜੋ ਕੁਛ ਵੀ ਅੱਜ ਸਿੱਖਦੇ ਹਾਂ ਉਸਨੂੰ ਉਹਨਾਂ ਤੱਕ ਵੀ ਪਹੁੰਚਾਈਏ ਜਿਨ੍ਹਾਂ ਦੇ ਕੋਲ ਨਹੀਂ ਹੈ। ਸਭ ਕੁਛ ਮੰਗਦੇ ਹਾਂ ਤੇਰੇ ਬੇਟੇ ਆਪਣੇ ਨਜਾਤ ਦੇਂਦਾ ਯਿਸੂ ਨਾਸਰੀ ਦੇ ਜਲਾਲੀ ਤੇ ਪੁੱਤਰ ਨਾਮ ਚ ਸੁਣ ਤੇ ਕਬੂਲ ਕਰ ਲੈ, ਆਮੀਨ। ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਸਾਡੇ ਵਿੱਚ ਅੱਜ ਸਾਡੇ ਮਿਊਜ਼ੀਸ਼ੀਅਨ ਅੰਕਲ ਕੌਸ਼ਿਕ ਮੌਜੂਦ ਹੈ ਤੇ ਇਹਨਾਂ ਨੂੰ ਮੈਂ ਰਿਕੁਐਸਟ ਕਰਾਂਗੀ ਕਿ ਇਹ ਸਾਨੂੰ ਜ਼ਬੂਰ 15 ਗਾ ਕੇ ਸੁਣਾਉਣਗੇ। ਥੈਂਕ ਯੂ ਐਂਜਲ। ਜੈ ਮਸੀਹ ਦੀ ਸਾਰਿਆਂ ਨੂੰ। ਜ਼ਬੂਰ 15 ਜਿਹਨੂੰ ਕਿ ਅਸੀਂ ਬਚਪਨ ਤੋਂ ਗਾਉਂਦੇ ਆਏ ਹਾਂ। ਐ ਯਹੋਵਾ ਤੇਰੇ ਘਰ ਕੌਣ ਸਲਾਮਤ ਰਹੇਗਾ। ਇਹਦੀ ਜਿਹੜੀ ਟਿਊਨ ਹੈ ਉਹ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ ਜਿਹੜੀਆਂ ਧੁਨਾਂ ਛਪੀਆਂ ਨੇ ਉਹਨਾਂ 'ਚ ਵੀ ਉਹੀ ਟਿਊਨ ਹੈ ਜਿਹੜੀ ਅਸੀਂ ਅੱਜ ਗਰਜਿਆਂ 'ਚ ਘਰਾਂ 'ਚ ਗਾਉਂਦੇ ਹਾਂ। ਤੇ ਉਹਦੇ ਦੋ ਆਇਤਾਂ ਦਾ ਮੈਂ ਪੇਸ਼ ਕਰਾਂਗਾ। कौन सलामत रहेगा तेरे घर विच ऐ खुदा, कौन सलामत रहेगा तेरे घर विच ऐ खुदा, कौन जो तेरे पाक पहाड़ उत्ते रहेगा सदा, सिद्धी चाल जो चलदा है ओ रास्ते नाल कम करदा, सिद्धी चाल जो चलदा है ओ रास्ते नाल कम करदा, अपने दिल नाल बोलदा सच ते चुगली नहीं करदा, कौन सलामत रहेगा तेरे घर विच है खुदा, कौन जो तेरे पाक पहाड़ उत्ते रहेगा सदा, आमीन। ਆਮੀਨ। ਥੈਂਕ ਯੂ ਅੰਕਲ ਕੌਸ਼ਿਕ। ਆਓ ਹੁਣ ਅਸੀਂ ਅੱਜ ਦੀ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਦੇ ਨਾਲ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਜਿੰਨੇ ਵੀ ਸਾਨੂੰ ਇਸ ਵਕਤ ਆਨਲਾਈਨ ਦੇਖ ਰਹੇ ਹਨ। ਪ੍ਰਭੂ ਤੁਹਾਡੇ ਸਾਰਿਆਂ ਦੇ ਸਾਥ ਹੋਵੇ। ਅੱਜ ਬੜਾ ਸ਼ੁਭ ਦਿਨ ਹੈ ਕਿ ਖੁਦਾਵੰਦ ਨੇ ਸਾਨੂੰ ਇੱਕ ਵਾਰ ਫਿਰ ਇਕੱਠੇ ਹੋਣ ਦਾ ਮੌਕਾ ਦਿੱਤਾ ਔਰ ਅਸੀਂ ਜ਼ਬੂਰ ਦੇ ਵਿੱਚ ਚੱਲਾਂਗੇ। ਅੱਜ ਅਸੀਂ ਰੀਡ ਕਰਾਂਗੇ ਜ਼ਬੂਰ 15 ਦਾਊਦ ਦਾ ਭਜਨ। ਇਹਦਾ ਮੇਨ ਟਾਈਟਲ ਹੈ ਆਦਰਸ਼ ਮਨੁੱਖ। ਮੈਂ ਇਹਦੀ ਪਹਿਲੀ ਆਇਤ ਪੜਾਂਗੀ। हे ਪ੍ਰਭੂ ਤੇਰੇ ਮੰਦਿਰ ਵਿੱਚ ਕੌਣ ਠਹਿਰ ਸਕੇਗਾ, ਕੌਣ ਤੇਰੇ ਪਵਿੱਤਰ ਪਹਾੜ ਉੱਤੇ ਰਹਿ ਸਕੇਗਾ। ਆਇਤ ਨੰਬਰ 2, ਉਹ ਜਿਹੜਾ ਸਿੱਧੀ ਚਾਲ ਚੱਲਦਾ, ਨੇਕੀ ਕਰਦਾ ਅਤੇ ਮਨੋਂ ਸੱਚ ਬੋਲਦਾ ਹੈ। ਆਇਤ ਨੰਬਰ 3, ਜੋ ਆਪਣੇ ਮੂੰਹ ਨਾਲ ਚੁਗਲੀ ਨਹੀਂ ਕਰਦਾ, ਜੋ ਆਪਣੇ ਮਿੱਤਰ ਨਾਲ ਬੁਰਾਈ ਨਹੀਂ ਕਰਦਾ, ਜੋ ਆਪਣੇ ਗੁਆਂਢੀ ਦੇ ਵਿਰੋਧ ਅਫਵਾਹਾਂ ਨਹੀਂ ਫੈਲਾਉਂਦਾ ਹੈ। ਆਇਤ ਨੰਬਰ 4, ਜਿਹਦੀਆਂ ਅੱਖਾਂ ਵਿੱਚ ਖੋਟਾ ਮਨੁੱਖ ਤੁੱਛ ਹੈ, ਪਰ ਯਹੋਵਾ ਤੋਂ ਭੈ ਕਰਨ ਵਾਲਿਆਂ ਦਾ ਆਦਰ ਕਰਦਾ ਹੈ, ਜਿਹੜਾ ਸਹੁੰ ਖਾ ਕੇ ਮੁਕਰਦਾ ਨਹੀਂ, ਭਾਵੇਂ ਉਹਨੂੰ ਘਾਟਾ ਵੀ ਪਵੇ। ਆਇਤ ਨੰਬਰ 5, ਜੋ ਉਧਾਰ ਬਿਨਾਂ ਵਿਆਜ ਲੈ ਦਿੰਦਾ ਹੈ, ਜੋ ਨਿਰਦੋਸ਼ੀ ਦੇ ਵਿਰੋਧ ਵੱਡੀ ਨਹੀਂ ਲੈਂਦਾ, ਇਹੋ ਜਿਹੇ ਕੰਮ ਕਰਨ ਵਾਲਾ ਮਨੁੱਖ ਹਮੇਸ਼ਾ ਅਟਲ ਰਹੇਗਾ। ਪ੍ਰਭੂ ਦੇ ਬਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਹੋਵੇ। ਆਮੀਨ। ਆਮੀਨ। ਥੈਂਕ ਯੂ ਇਸ ਰੀਡਿੰਗ ਲਈ। ਆਓ ਹੁਣ ਅਸੀਂ ਪਾਸਟਰ ਐਰਿਕ ਸਰਵਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਦਾ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ।
ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਦੋਸਤਾਂ ਨੂੰ ਜਿਹੜੇ ਸਾਨੂੰ ਇਨ ਪਰਸਨ ਜਿੰਨਾ ਜੁਆਇਨ ਕੀਤਾ ਹੈ ਔਰ ਜਿਹੜੇ ਇਸ ਵੇਲੇ ਵਿਰਚੁਅਲ ਨੇ ਔਰ ਜਿਹੜੇ ਰਿਕਾਰਡਿੰਗ ਵੀ ਸੁਣਨਗੇ ਤੁਹਾਡੇ ਸਾਰਿਆਂ ਤੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ ਹੁੰਦਾ ਰਹੇ। ਅੱਜ ਅਸੀਂ ਜ਼ਬੂਰ ਨੰਬਰ 15 ਦਾਊਦ ਦੇ ਜ਼ਬੂਰਾਂ ਚੋਂ ਲੈ ਕੇ ਆਏ ਹਾਂ ਔਰ ਅੱਜ ਦਾ ਜਿਹੜਾ ਸਾਡਾ ਜ਼ਬੂਰ ਹੈ ਇਟਸ ਕਾਈਂਡ ਆਫ ਅ ਕੰਟੀਨਿਊਟੀ। ਜਿਹੜੀ ਜ਼ਬੂਰ ਨੰਬਰ 14 ਅਸਾਂ ਪਿਛਲੇ ਹਫਤੇ ਕੀਤਾ ਸੀ, ਜ਼ਬੂਰ ਨੰਬਰ 14 ਔਰ ਜ਼ਬੂਰ ਨੰਬਰ 15 ਦੇ ਵਿੱਚ ਤੁਹਾਨੂੰ ਕੰਟਰਾਸਟ ਨਜ਼ਰ ਆਏਗੀ। ਕੰਟਰਾਸਟ ਕੀ ਨਜ਼ਰ ਆਏਗੀ? ਕੰਟਰਾਸਟ ਤੁਹਾਨੂੰ ਨਜ਼ਰ ਆਏਗੀ ਕਿ ਜ਼ਬੂਰ ਨੰਬਰ 14 ਜਿਹੜਾ ਵੇ ਉਹ ਪਹਿਲੀ ਗੱਲ ਤੇ ਕਹਿਣ ਡਿਆ ਜੀ ਕਿ ਅਹਿਮਕ ਕਹਿਣ ਡਿਆ ਖੁਦਾ ਹੀ ਕੋਈ ਨਹੀਂ, ਫਿਰ ਅੱਗੇ ਉਹਦਾ ਫਿਰ ਕਰੈਕਟਰ ਦੱਸਿਆ ਗਿਆ ਵੇ। ਲੇਕਿਨ ਜ਼ਬੂਰ ਨੰਬਰ 15 ਜਿਹੜਾ ਵੇ ਤੁਸੀਂ ਵੇਖੋਗੇ ਦਾਊਦ ਦਾ ਜ਼ਬੂਰ ਹੈ ਔਰ ਇਹਦੇ ਵਿੱਚ ਅੱਗੇ ਤੁਹਾਨੂੰ ਕੰਟਰਾਸਟ ਨਜ਼ਰ ਆਏਗੀ ਕਿ ਜਿਹੜਾ ਕੰਟਰਾਸਟ ਹੈ ਵਿਕਟ ਨਾਲੋਂ ਜਿਹੜਾ ਵਰਸ਼ਿਪਰ ਹੈ, ਠੀਕ ਹੈ, ਇਟਸ ਅ ਕੰਟਰਾਸਟ ਬਿਟਵੀਨ ਵਿਕਟ ਐਂਡ ਵਰਸ਼ਿਪਰ। ਹੁਣ ਜਿਹੜਾ ਵਰਸ਼ਿਪਰ ਹੈ ਉਹਦਾ ਸਟੇਟਸ ਕੀ ਹੈ ਔਰ ਉਹ ਖੁਦਾ ਦੀ ਹਜ਼ੂਰੀ ਦੇ ਵਿੱਚ ਉਹ ਕਿਵੇਂ ਦਾਖਲ ਹੋ ਸਕਦਾ ਵੇ। ਸੋ ਜ਼ਬੂਰ ਨੰਬਰ 15 ਇਸ ਲਈ ਬੜਾ ਅਹਿਮ ਹੈ ਕਿ ਜਿਹੜਾ ਵੇ ਨਾ ਇਹਦੇ ਵਿੱਚ ਤੁਸੀਂ ਵੇਖੋਗੇ ਕਿ ਇਹਦੇ ਵਿੱਚ ਨਾ ਇਲਾਹੀਆਤ ਹੈ ਨਾ ਇਹ ਵਿਜ਼ਡਮ ਸਾਮ ਹੈ, ਇਹ ਕੁਛ ਵੀ ਜਿਹੜਾ ਵੇ ਇਸ ਕਿਸਮ ਦੀ ਕਿਸੇ ਲੈਮੈਂਟ ਨੂੰ ਪੇਸ਼ ਨਹੀਂ ਕਰਦਾ। ਇਟ ਇਜ਼ ਕਾਈਂਡ ਆਫ ਅ ਸਟੇਟਮੈਂਟ ਕਿ ਖੁਦਾ ਦੀ ਹਜ਼ੂਰੀ 'ਚ ਕਿਹੜਾ ਬੰਦਾ ਖੜਾ ਰਹਿ ਸਕਦਾ। ਠੀਕ ਹੈ, देयर इज़ नो थियोलॉजिकल डेप्थ, देयर इज़ नथिंग कॉम्प्लिकेटेड फिलोसॉफिकल थॉट है जिहदा कोई काम नहीं है। इट्स अ डायरैक्ट सोशल स्टैंडिंग जी ना साडी वो की होनी चाहिए और खुदा नूं किवें वेंदा वे। इसलिए ਜ਼ਬੂਰ 15 जिहड़ा वे साडे सामने दो बड़े इंपॉर्टेंट भेद खोलदा वे, खुदा दी प्रेजेंस और खुदा दी इन्वॉल्वमेंट जमीन दे उत्ते दुनिया दे उत्ते किवें हुंदी है। सो दैट्स वेरी इंपॉर्टेंट टू नो कि खुदा किवें काम करदा वे। सो लैट्स गो फस्ट जिहड़ा वे ना असीं जिहड़े दी पहली आयत ना दो सवाल कीते गए ने। तुसीं वेखोगे कि दाऊद बैक टू बैक दो सवाल करदा वे। पहला सवाल की कहंदा वे जी, ए खुदावंद तेरे खैमे में, खैमे तो मुराद वी ऑल नो दैट टैबरनैकल, और मैं जो हुण हिस्टोरिकल बैकग्राउंड जाना वा कि दाऊद जो खैमे की गल करता वे तो किहड़े खैमे की गल करता वे। ठीक है, आंदा जी ए खुदावंद तेरे खैमे में कौन रहेगा, और नंबर 2 दूजा सवाल ਉਹਦਾ बैक है फिर बैक टू बैक है तेरे कोहे मुकद्दस यानी पहाड़ उत्ते पर्वत तेरा ਜਿਹੜਾ कोहे ਉਹਦੇ ਤੇ कौन ਸਕੂਨਤ करेगा, हु विल अबाइड इन यू। ठीक है, ਤੁਸੀਂ ਪੜ੍ਹ ਲਓ ਨਾ खुदावन यीशु मसीह ने ਜਿਹੜਾ ਜਦੋਂ यूहन्ना ਦੀ ਇੰਜੀਲ 15 ਬਾਬ ਵਿੱਚ ਕਿਹਾ ਸੀ ਨਾ ਕਿ ਜੈਸੇ ਅੰਗੂਰ ਦੀ ਡਾਲੀਆਂ ਜਿਹੜੀਆਂ ਨੇ ਜਦੋਂ ਉਹ ਦਰਖਤ ਨਾਲ ਕੀ ਰਹਿੰਦੀਆਂ ਨੇ, ਕਾਇਮ ਰਹਿੰਦੀਆਂ ਨੇ, ਅਬਾਈਡ ਇਨ ਮੀ। ਸੋ ਦੈਟ ਇਜ਼ ਐਕਚੁਅਲੀ ਦ ਕਨਸੈਪਟ ਕਿ ਕੌਣ ਖਲੋ ਸਕੇਗਾ। सिर्फ ऐ नहीं है कि गए तो होके आ गए, इट मीन्स हु हैज a continuous relationship with God, who is abiding with God। लाइफस्टाइल जिहड़ा वे ਉਹ ਕਿਹੜੇ ਬੰਦੇ ਦਾ ਵੇ ਜਿਹੜਾ ਖੁਦਾ ਦੇ ਨਾਲ ਚੱਲਦਾ ਵੇ। ਸੋ ਸਾਰਿਆਂ ਨਾਲੋਂ ਪਹਿਲਾਂ ਜ਼ਬੂਰ ਨੂੰ ਅੱਗੇ ਸਮਝਣ ਲਈ ਪਹਿਲਾਂ ਦੋ ਚੀਜ਼ਾਂ ਦਾ ਸਮਝਣਾ ਬੜਾ ਜ਼ਰੂਰੀ ਹੈ। ਵਾਟ ਇਜ਼ ਦ ਮੀਨਿੰਗ ਆਫ ਟੈਬਰਨੈਕਲ ਐਂਡ ਵਾਟ ਇਜ਼ ਦ ਮੀਨਿੰਗ ਆਫ ਗॉड्स ਮਾਊਂਟੇਨ। ਠੀਕ ਹੈ, ਤਾਂ ਕਿ ਅਸੀਂ ਇਹਦਾ ਪਹਿਲਾਂ ਸਮਝ ਸਕੀਏ ਗੱਲ ਕੀ ਹੋਣ ਡਈ ਹੈ। ਪਹਾੜਾਂ ਦਾ ਜਿਹੜਾ ਸਿੰਬਲ ਹੈ ਅਸੀਂ ਜ਼ਬੂਰਾਂ ਦੇ ਵਿੱਚ ਬੜਾ ਗਹਿਰੇ ਤੌਰ 'ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਪਹਾੜ ਆਂਦੇ ਕਿੰਨੋਂ ਨੇ। ਠੀਕ ਹੈ, ਬਾਈਬਲ ਮੁਕੱਦਸ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਦੋ ਤਰ੍ਹਾਂ ਦੇ ਪਹਾੜਾਂ ਦਾ ਜ਼ਿਕਰ ਹੈ। ਇੱਕ ਹੈ ਫਿਜ਼ੀਕਲ ਮਾਊਂਟੇਨ ਜਿਹੜੇ ਕਿ ਲਿਟਰਲੀ ਫਿਜ਼ੀਕਲ ਮਾਊਂਟੇਨ ਨੇ ਪੈਲਸਟੀਨ ਦੇ ਇਲਾਕੇ ਦੇ ਵਿੱਚ, ਔਰ ਦੂਜੇ ਜਿਹੜੇ ਉਹ ਮਾਊਂਟੇਨ ਨੇ ਜਿਨ੍ਹਾਂ ਨੂੰ ਇਮੈਜਨਰੀ ਮਾਊਂਟੇਨ ਕਿਹਾ ਗਿਆ ਵੇ। ਠੀਕ ਹੈ, ਜਿਹਨੂੰ ਕਿ ਜਿਹੜਾ ਸ਼ਾਇਰ ਹੈ, ਪੋਇਟ ਹੈ ਜਾਂ ਜਿਹੜਾ ਟੀਚਰ ਹੈ, ਉਹ ਜਦੋਂ ਦੁਨੀਆ ਦੇ ਵਿੱਚ ਕਿਸੇ ਮੁਸ਼ਕਲ ਹਾਲਾਤ ਨੂੰ, ਦੁਨੀਆ ਦੇ ਵਿੱਚ ਕਿਸੇ ਖੁਦਾ ਦੇ ਚੁਣਾਵ ਨੂੰ, ਦੁਨੀਆ ਦੇ ਵਿੱਚ ਜਦੋਂ ਖੁਦਾ ਦੇ ਮਿਸ਼ਨ ਨੂੰ ਜਦੋਂ ਬਿਆਨ ਕਰਦਾ ਵੇ ਤੇ ਉਹ ਪਹਾੜਾਂ ਦਾ ਜ਼ਿਕਰ ਕਰਦਾ ਵੇ। ਦੀਜ਼ ਆਰ ਇਮੈਜਨਰੀ ਮਾਊਂਟੇਨ। ਠੀਕ ਹੈ, ਸੋ ਅਸੀਂ ਫਿਜ਼ੀਕਲ ਮਾਊਂਟੇਨ ਨਾਲ ਨਹੀਂ ਜਾਵਾਂਗੇ ਕਿਉਂਕਿ ਅਸੀਂ ਜਦੋਂ ਹੁਣ ਗੱਲ ਕਰਨ ਲੱਗੇ ਹਾਂ, ਅਸੀਂ ਗੱਲ ਕਰਨ ਲੱਗੇ ਹਾਂ ਜਿਹੜੇ ਮਾਊਂਟੇਨ ਨੇ, ਜਿਹੜੇ ਫਿਜ਼ੀਕਲ ਮਾਊਂਟੇਨ ਨੂੰ ਖੁਦਾ ਨੇ ਹਿਸਟੋਰੀਕਲੀ ਐਂਡ ਥਿਓਲੋਜਿਕਲੀ ਔਰ ਫਿਰ ਪੋਇਟਿਕਲੀ ਖੁਦਾ ਨੇ ਕਿਵੇਂ ਉਹਨਾਂ ਨੂੰ ਡਿਫਾਈਨ ਕੀਤਾ ਵੇ। ਕਿਉਂਕਿ ਖੁਦਾ ਦਾ ਖੈਮੇ ਤੋਂ ਮੁਰਾਦ ਹੈ ਖੁਦਾ ਦੀ ਪ੍ਰੈਜ਼ੈਂਸ। ਠੀਕ ਹੈ, ਸੋ ਖੈਮਾ ਕਿਹਨੂੰ ਪੇਸ਼ ਕਰਦਾ ਵੇ? ਖੁਦਾ ਦੀ ਹਜ਼ੂਰੀ, ਖੁਦਾ ਦੀ ਪ੍ਰੈਜ਼ੈਂਸ, ਖੁਦਾ ਦਾ ਤਖਤ, ਇਨਥਰੋਨਮੈਂਟ ਜਿੱਥੇ ਖੁਦਾ ਕਰਦਾ ਵੇ, ਦੈਟ ਇਜ਼ ਕਾਲਡ ਟੈਬਰਨੈਕਲ। ਇਸ ਲਈ ਜਦੋਂ ਅਸੀਂ ਟੈਬਰਨੈਕਲ ਦੀ ਗੱਲ ਕਰਦੇ ਹਾਂ, ਪੋਸੀਬਲ ਰੀਜ਼ਨ ਜਿਹੜੇ ਸਕਾਲਰ ਬਿਆਨ ਕਰਦੇ ਨੇ ਉਹ ਐਵੇਂ ਕਿ ਪੋਸੀਬਲੀ ਇਹ ਉਹ ਖੈਮਾ ਵੇ ਕਿ ਜਿਹੜਾ ਪਹਿਲਾਂ ਖੁਦਾ ਨੇ ਮੂਸਾ ਨੂੰ ਜਿਹਦਾ ਨਮੂਨਾ ਵਿਖਾਇਆ ਸੀ। ਠੀਕ ਹੈ, ਤੁਹਾਨੂੰ ਯਾਦ ਹੈ ਨਾ, ਖੁਦਾ ਨੇ ਪੂਰਾ ਪੈਟਰਨ ਦਿੱਤਾ ਸੀ ਮੂਸਾ ਨੂੰ ਵਿਖਾਇਆ ਸੀ ਕਿ ਬਾਈ ਅਸਮਾਨੀ ਖੈਮੇ ਦਾ ਮੈਂ ਤੁਹਾਨੂੰ ਵਿਖਾਣ ਡਿਆ, ਅਸਮਾਨ ਦੇ ਵਿੱਚ ਇੰਝ ਉਹਦਾ ਕਾਪੀ ਪੇਸਟ ਤੂੰ ਕੀ ਕਰਦੇ ਥੱਲੇ ਜ਼ਮੀਨ 'ਤੇ ਬਣਾ ਦੇ। ਓਕੇ, ਫਸਟ ਪੋਸੀਬਲ ਉਹਦੀ ਇਹ ਵੇ। ਲੇਕਿਨ ਸੈਕਿੰਡ ਜਿਹੜੀ ਪੋਸੀਬਲ ਇਹਦੀ ਇੰਟਰਪ੍ਰੀਟੇਸ਼ਨ ਨਾ, ਇਹਦਾ ਜਿਹੜਾ ਰੈਫਰੈਂਸ ਹੈ ਉਹ ਇਹ ਵੇ ਕਿ ਜਿਹੜਾ ਦਾਊਦ ਨੇ ਖੈਮਾ ਲਗਾਇਆ ਸੀ, ਦੋਵਾਂ 'ਚ ਕੀ ਫਰਕ ਹੈ? ਦੋਵਾਂ ਵਿੱਚ ਫਰਕ ਇਹ ਵੇ ਕਿ ਮੂਸਾ ਦਾ ਖੈਮਾ ਦੈਟ ਵਾਜ਼ ਸਾਇਲੈਂਸ ਟੈਬਰਨੈਕਲ, ਉੱਥੇ ਪ੍ਰੋਫੈਸੀ, ਉੱਥੇ ਪ੍ਰਸਤਿਸ਼, ਸਾਜ਼, ਡਾਂਸ, ਆਰਟ, ਰਾਈਟਿੰਗ ਕੁਛ ਵੀ ਨਹੀਂ ਸੀ ਹੁੰਦਾ, ਨੋ ਮਿਊਜ਼ਿਕ। जबकि ਜਿਹੜਾ दाऊद ਦਾ टैबरनैकल है दैट वाज solely prophecy, praise, worship, instrument, dance,
एवरीथिंग वाज देयर और हर बंदा उत्थे आ सकता सी, ठीक है। सो दैट्स द मेजर डिफरेंस। ਜਿਹੜਾ मूसा ਦਾ ਖੈਮਾ ਸੀ ਸਾਊਂਡਲੈਸ ਖੈਮਾ, जबकि ਜਿਹੜਾ दाऊद ਦਾ ਟੈਬਰਨੈਕਲ ਹੈ दैट इज़ फुल ऑफ साउंड एंड म्यूजिक एंड आर्टिस्टिक ਖੈਮਾ ਜਿਹੜਾ ਸੀ ਉਹਨੂੰ ਅਸੀਂ ਪੇਸ਼ ਕਰ ਸਕਦੇ ਹਾਂ। ਸੋ ਤੇਰੇ ਖੈਮੇ में कौन रहेगा, ਹੁਣ ਖੈਮੇ ਦਾ ਜਿਹੜਾ ਕਨਸੈਪਟ ਹੈ ਆਇਆ ਕਿੱਥੋਂ ਹੈ, ਔਰ दाऊद ਨੇ ਸੇਮ ਉਸੇ ਖੈਮੇ ਦਾ ਪੈਟਰਨ ਉਹਨੂੰ ਜਦੋਂ ਖੁਦਾ ਨੇ ਨਮੂਨਾ ਦਿੱਤਾ ਨਾ ਹੈਕਲ ਬਣਾਉਣ ਦਾ, ਉੱਥੇ ਹੁੰਦਾ ਵੇ। ਕਿਉਂਕਿ दाऊद ਨੇ ਪਲਾਨ ਕੀਤਾ ਕਿ ਹੈਕਲ ਮੈਂ ਬਣਾਵਾਂਗਾ, ਖੁਦਾ ਨੇ ਉਹਨੂੰ ਕੀ ਕਰ ਦਿੱਤਾ, मना कर दिता कि तू नहीं बना सकता हैकल, तेरा बेटा सुलेमान जिहड़ा बतसबा तो पैदा होया वे, जिहड़ा मेरा प्यारा वे, ओनू मैं चुनिया वे कि वो की बनाएगा, वो मेरे लिए घर बनाएगा, ठीक है। सो लेकिन वो घर बनाने का जिहड़ा पूरा नमूना सी, पैटर्न सी, जिहड़ा पूरा जिहड़ा दा मैपिंग सी, जिहड़ी वो खुदा ने जिवें मूसा नूं वहाई सी ना, मूसा दा खैमा लाने लई, इंज ही खुदा ने जो हैकल बनाने सी ते दाऊद नूं वहाया सी कि की होना दे विच, ठीक है। सो एक रैफरेंस पढ़ांगे सी कि दाऊद ने जो खुदा ने दिता तो दाऊद ने फिर किवें इहनूं कीता। पहला इतिहास जिहड़ा मेरे नाल कड्ढिओ जरा, फर्स्ट क्रॉनिकल्स और दा 28 बाब, उत्थे सानूं नज़र आउंदा वे कि दाऊद इस खैमे दा पैटर्न जिहड़ा वे ਉਹਨੂੰ ਜਦੋਂ ਅਨਫੋਲਡ ਕਰਦਾ ਵੇ, ਜਦੋਂ ਉਹ ਸ਼ੇਅਰ ਕਰਦਾ ਵੇ ਸਾਰੀ ਕੌਮ ਦੇ ਨਾਲ, ਤੇ ਉਹ ਲੋਕਾਂ ਨੂੰ ਕੀ ਕਹਿੰਦਾ ਵੇ। ਪਹਿਲਾ ਇਤਿਹਾਸ ਉਹਦੇ 28 ਬਾਬ ਤੇ 12 ਅਤੇ ਉਹਨਾਂ ਸਭਨਾਂ ਦਾ ਨਕਸ਼ਾ ਜਿਹੜਾ ਉਹਦੇ ਆਤਮਾ ਵਿੱਚ ਸੀ, ਅਰਥਾਤ ਯਹੋਵਾ ਦੇ ਭਵਨ ਦੇ ਵਿਹੜਿਆਂ ਦਾ, ਇਰਦੇ ਗਿਰਦੇ ਦੀਆਂ ਕੋਠੜੀਆਂ ਦਾ, ਪਰਮੇਸ਼ਵਰ ਦੇ ਘਰ ਦੇ ਡੰਗਰਾਂ ਦਾ, ਚੜਾਈਆਂ ਹੋਈਆਂ ਵਸਤਾਂ ਦੇ ਖਜ਼ਾਨਿਆਂ ਦਾ। ਹਾਂਜੀ 11ਵੀਂ ਆਇਤ ਤੋਂ ਪੜ੍ਹਦਾ ਅੰਕਲ ਜੀ। ਅੱਛਾ, ਤਾਂ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਉਸ ਦੇ ਦਲਾਨਾਂ ਦਾ, ਉਸ ਦੇ ਘਰਾਂ ਦਾ, ਉਸ ਦੇ ਭੰਡਾਰਾਂ ਦਾ, ਉਸ ਦੀਆਂ ਉੱਪਰਲੀਆਂ ਕੋਠੜੀਆਂ ਦਾ, ਉਸ ਦੀਆਂ ਅੰਦਰਲੀਆਂ ਕੋਠੜੀਆਂ ਦਾ ਅਤੇ ਉਸ ਦੀ ਪ੍ਰਾਇਸ਼ਚਿਤ ਦਾ ਸਥਾਨ ਦਾ ਨਕਸ਼ਾ ਦਿੱਤਾ। ਓਕੇ, ਨੰਬਰ 1 ਕੀ ਦਿੱਤਾ ਜੀ ਖੁਦਾ ਨੇ ਉਹਨੂੰ? ਨਕਸ਼ਾ ਦਿੱਤਾ। 12ਵੀਂ ਆਇਤ ਵਿੱਚ ਉਰਦੂ 'ਚ ਇੱਥੇ ਲਿਖਿਆ, ਤੁਹਾਡੇ ਸਿਸਟਰ ਜੋਤੀ ਤੁਹਾਡੇ ਕੋਲ 12ਵੀਂ ਆਇਤ ਪੜ੍ਹਿਓ, ਕੀ ਲਿਖਿਆ? ਉਸਨੇ ਜੋ ਕੁਝ ਉਸਦੇ ਮਨ ਵਿੱਚ ਉਸ ਸਭ ਦਾ ਵਿਹੜਿਆਂ, ਚਾਰੇ ਪਾਸੇ ਦੇ ਕਮਰਿਆਂ ਅਤੇ ਅਰਪਿਤ ਕੀਤੀਆਂ ਚੀਜ਼ਾਂ ਰੱਖਣ ਵਾਲੇ ਭੰਡਾਰਾਂ ਦੇ ਨਕਸ਼ੇ ਦਿੱਤੇ। ਓਕੇ ਜੀ, ਇੱਥੇ ਜਿਹੜੀ ਮੇਰੇ ਕੋਲ ਇੱਕ आयत है ना, वो लिखी हुई है, आखिरी हिस्सा है 12वीं आयत का, और उन सब चीज़ों यानी खुदावंद के घर के सहनों, आसपास की कोठरियों और खुदा के मस्कन के ख़जानों और नज़र की हुई चीज़ों के ख़जानों का नमूना भी दिया जो उसको रूह से मिला था। ठीक है जी, अगे तुसी अंकल जी जरा 19 आयत पढ़ियो सेम चैप्टर दी। 16 दाऊद बोलिया, ये सभे लिखत नाल यहोवा ने अपने हाथ दे राही जो मेरे उत्ते सी, इस नक्शे दे सारे काम मैनू सिखाए। Here you go. Okay, now can you see the parallel? 10 commandment उत्थे खुदा ने मूसा ने दिते हैं, कलाम में की लिखा है खुदा के हाथ से लिखे, खुदा की उंगली से। ओके, एंड खुदा की उंगली इट्स अगेन सिंबॉलिक, क्योंकि सानू स्टीफन जो तकरीर करता वे, स्टीफनस रसूलों के माल 7वें बाब उत्थे दसदा वे कि तुहानू शरीयत फरिश्तियां दे मार्फत मिली। सो एक्चुअली दैट्स अ सिंबॉलिक कि खुदा दे फरिश्ते खुदा की उंगली बन के, खुदा का हथ बन के उन्होंने अगों नूं कन्वे किया। सो दैट इज़ अ सिंबॉलिक लैंगुएज कि खुदा जो कम्यूनीकेट करता वे वट काइंड ऑफ मीडियम गॉड इज़ यूजिंग। सो असी इत्थे वेखण डे। सो एक्चुअली ये हवाला पढ़ने का मकसद की है कि खुदा ने जदों वर्शिप का पैटर्न जो चेंज करना सी, जो साउंडलैस वर्शिप तो जो फुल ऑफ साउंड वर्शिप होनी सी, खुदा ने दाऊद नूं एक नवा नमूना दिता है। दाऊद हैज़ रिसीव्ड अ न्यू पैटर्न, डेविड हैज़ रिसीव्ड a new idea, new concept, new pattern ਜਿਹੜਾ ਕਿ खुदा ने दिता सी, और वो पैटर्न ਜਿਹੜਾ ਸੀ ऑलरेडी दाऊद अपने टैबरनैकल ਦੇ ਵਿੱਚ ਕੀ ਕਰਨ ਡਿਆ ਸੀ, प्रैक्टिस कर ਰਿਹਾ ਸੀ। ਇਸੇ ਲਈ ਕਾਹਨਾਂ ਤੇ ਲਾਵੀਆਂ ਦੇ ਪੂਰੇ ਤੁਸੀਂ ਵੇਖਣ ਡਏ ਹੋ ਕਿ ਕਿਹੜੇ ਕਿਹੜੇ ਲਾਵੀ ਮਿਊਜ਼ੀਸ਼ੀਅਨ ਕਿੰਨੇ ਹੋਣਗੇ, ਸਾਜ਼ ਕਿਹੜੇ ਵੱਜਣਗੇ, ਲਾਵੀ ਜਿਹੜੇ ਦਰਬਾਨ ਹੋਣਗੇ ਉਹ ਕੌਣ ਹੋਣਗੇ। ਈਚ ਐਂਡ ਐਵਰੀ ਡਿਟੇਲ, every nut and bolt was given to David। ठीक है जी, समझ आ गई ना गल। सो जो दाऊद है कहना ना कि खुदावन तेरे खैमे में कौन रहेगा, तो व्हाट इज एज की टॉकिंग कि खुदावन जिहड़े तेरा खैमा आसमान दे उत्ते वे जिहड़ी तू कॉपी तू मैनूं दित्ती थल्ले बनाउण लई, ਉਹ ਜਿਹੜਾ ਖੈਮਾ ਵੇ तेरी प्रेजेंस ਦੇ ਵਿੱਚ कौन अबाइड रह सकता है। दैट्स फर्स्ट क्वेश्चन। तो सानू खैमे ਦਾ ਕਨਸੈਪਟ समझ आ गया ना की है।
ਓਕੇ ਜੀ। ਸੋ ਨਾਓ ਹੁਣ ਜਿਹੜਾ ਖੈਮਾ ਵੇ ਜਿਹੜਾ ਖੁਦਾ ਦੀ ਹਜ਼ੂਰੀ ਖੁਦਾ ਦੀ ਪ੍ਰੈਜ਼ੈਂਸ ਨੂੰ ਪੇਸ਼ ਕਰਦਾ ਵੇ, ਇਹਦਾ ਪਹਾੜਾਂ ਦੇ ਨਾਲ ਕੀ ਲਿੰਕ ਹੈ? ਦੈਟਸ ਵੈਰੀ ਇੰਪੋਰਟੈਂਟ, ਇੰਟਰਸਟਿੰਗ ਸਟੱਡੀ, ਠੀਕ ਹੈ ਜੀ। ਕਿਉਂਕਿ ਸੇਮ ਉਸੇ ਖੈਮੇ ਨੂੰ ਅੱਗੇ ਕਿਹਦੇ ਨਾਲ ਰਿਲੇਟ ਕਰਨ ਡਿਆ ਵੇ? ਤੇਰੇ ਕੋਹੇ ਮੁਕੱਦਸ ਪਰ, ਕੋ ਮਤਲਬ ਤੇਰਾ ਪਰਬਤ, ਤੇਰਾ ਪਹਾੜ ਜਿਹੜਾ ਵੇ, ਉੱਥੇ ਖੁਦਾਵੰਦ ਕੌਣ ਠਹਿਰੇਗਾ ਨਾ? ਖੁਦਾ ਦਾ ਪਹਾੜ ਹੈ ਕੀ ਆ, ਠੀਕ ਹੈ। ਦੈਟਸ ਬੜੇ ਜਿਹੜਾ ਨਾ ਇੰਪੋਰਟੈਂਟ ਚੀਜ਼ ਹੈ ਵੇ। ਸੋ ਅਸੀਂ ਜਦੋਂ ਗੱਲ ਕਰਨੇ ਆ ਨਾ ਪਹਾੜਾਂ ਦੀ, ਸੋ ਮੈਂ ਪਹਿਲਾਂ ਜਿਵੇਂ ਗੱਲ ਕੀਤਾ ਵੇ, ਤੁਸੀਂ ਜਿਹੜਾ ਅਗਰ ਪੜ੍ਹੋਗੇ ਨਾ ਪੈਦਾਇਸ਼ ਪਹਿਲਾ ਬਾਬ ਔਰ ਦੂਜੀ ਆਇਤ, ਠੀਕ ਹੈ, ਉੱਥੇ ਕੀ ਲਿਖਿਆ? पैदाइश पहले बाब दूजी आयत च लिखा वे कि जी खुदा ने इब्तदा में ज़मीन और आसमानों को क्या किया? पैदा किया, ठीक है। और रेफरेंस पढ़ लीजिए ज़रा, पैदाइश का पहला दूजा बाब खोल लो जी ज़रा। तो पहले बाब दूजी आयत कहती है जी खुदा ने इब्तदा में ज़मीन और आसमान को पैदा किया और ज़मीन वीरान और सुनसान थी, गहराव के ऊपर अंधेरा था और खुदा की रूह पानी की सतह पर जुम्बश करती थी, ठीक है जी। ओके, असी तो इन्नी को आयत पढ़ जाने ना कि जी ज़मीन और आसमान को पैदा किया। ना व्हाट इज़ द मीनिंग ऑफ ज़मीन एंड आसमान? what they represent actually? that's major question। आसमान किनू रिप्रेजेंट करता वे, ज़मीन किनू रिप्रेजेंट करती है, ठीक है। ਇਹਦਾ ਤੁਹਾਨੂੰ ਮੈਂ ਹਲਕਾ ਜਿਹਾ ਇੱਕ ਨਾਲ ਮੈਂ ਕਨੈਕਸ਼ਨ ਦੇਣ ਲੱਗਾ ਹੁਣ, ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਕਿ ਮੈਂ ਉਹਨੂੰ ਡਿਟੇਲ ਵਿੱਚ ਅਨਫੋਲਡ ਕਰਾਂ। ਤੁਹਾਨੂੰ ਮੈਂ ਕਨੈਕਸ਼ਨ ਦੇਣ ਲੱਗਾ ਹੁਣ। ਦੁਆਏ ਰਬਾਨੀ ਪੂਰੀ ਦੁਨੀਆ ਦੇ ਮਸੀਹ ਬੜਾ ਪੜ੍ਹਦੇ ਨੇ, ਠੀਕ ਹੈ ਨਾ। ਓਕੇ ਜੀ, ਦੁਆਏ ਰਬਾਨੀ ਦੇ ਵਿੱਚ ਆਸਮਾਨ ਔਰ ਜ਼ਮੀਨ ਦਾ ਜਿਹੜਾ ਕੰਟਰਾਸਟ ਜੋ ਕੀ ਹੈ ਵਾਲਾ, ਜੈਸੀ ਤੇਰੀ ਮਰਜ਼ੀ ਕਿੱਥੇ ਪੂਰੀ ਹੁੰਦੀ ਹੈ ਜੀ? वैसी कहाँ पर हो? वैसी कहाँ पर हो? जमीन, वैसे जमीन पर हो। हियर यू गो। ਤੁਹਾਨੂੰ ਸਮਝ ਆਉਣਾ ਚਾਹੀਦਾ ਹੈ ਕਿ ਐਕਚੁਅਲੀ ਆਸਮਾਨ ਔਰ ਜ਼ਮੀਨ ਰਿਪਰੈਜ਼ੈਂਟ ਟੂ ਡਿਫਰੈਂਟ ਕਾਈਂਡ ਆਫ ਗਵਰਨਮੈਂਟ, ਟੂ ਡਿਫਰੈਂਟ ਕਾਈਂਡ ਆਫ ਪੋਲੀਟੀਕਲ ਆਰਡਰ, ਟੂ ਡਿਫਰੈਂਟ ਕਾਈਂਡਸ ਆਫ ਡੋਮੇਨ, ਕਿੰਗਡਮ, ਡੋਮੀਨੀਅਨ, ਪਾਵਰ, ਅਥਾਰਟੀ, ਉਹਨੂੰ ਪੇਸ਼ ਕਰਦੇ ਨੇ। ਆਸਮਾਨ ਜਿਹੜਾ ਵੇ ਉਹ ਖੁਦਾ ਦੀ ਟੈਰੀਟਰੀ ਹੈ, ਠੀਕ ਹੈ। ਲੇਕਿਨ ਜ਼ਮੀਨ ਜਿਹੜੀ ਹੈ ਨਾ, ਜ਼ਮੀਨ ਖੁਦਾ ਨੇ ਦਿੱਤੀ ਇਨਸਾਨਾਂ ਨੂੰ, ठीक है। इसलिए पैदाइश पहले बाब की 27 आयत की कहती है खुदा ने उनको अपने इमेज पर पैदा किया, नर और नारी उनको पैदा किया और की किया? जमीन को मामूर हो की करो, महकूम करो, मेरा डोमिनियन, मेरी किंगडम जमीन उत्ते की करो, कायम करो। आसमान तो मेरा है ही है, ठीक है। तो जमीन भी मेरी है, लेकिन मैं तुहानू अपने वाइस सर्जेंट बना के, मिनी गॉड्स बनाकर मैं तुहानू की करन दिया वां, मैं तुहानू देन लगा वां, ठीक है। सो ਜਦੋਂ ਅਸੀਂ ਪੈਦਾਇਸ਼ ਦੀ ਕਿਤਾਬ ਦੇ ਦੂਜੇ ਬਾਬ ਦੇ ਵਿੱਚ ਆਉਂਦੇ ਆ ਤੇ ਤੁਸੀਂ ਉੱਥੇ ਪੜ੍ਹਦੇ ਜਿਹੜਾ ਹਵਾਲਾ ਤੁਹਾਨੂੰ ਮੈਂ ਕੱਲਿਆ ਜ਼ਰਾ ਪੜ੍ਹਿਓ ਜੀ ਜ਼ਰਾ। ਪੈਦਾਇਸ਼ ਦੂਸਰਾ ਬਾਬ ਕਿਹਨੇ ਪੜ੍ਹਨਾ ਸੀ? ਸਿਸਟਰ ਜੋਤੀ ਨੇ ਪੜ੍ਹਨਾ ਸੀ। ਤੇ ਅੰਕਲ ਜੀ ਤੁਸੀਂ ਜ਼ਰਾ ਹਿਜ਼ਕੀਏਲ 28 ਬਾਬ ਖੋਲ ਲਓ ਜ਼ਰਾ। ਅੱਛਾ ਜੀ, ਹਿਜ਼ਕੀਏਲ 28 ਬਾਬ। ਹਾਂਜੀ ਸਿਸਟਰ ਜੋਤੀ, ਜੈਨੇਸਿਸ 2:10 ਤੋਂ 14। ਉੱਪਰ 2 ਬਾਬ ਉਹਦਾ 10 ਆਏ। ਇੱਕ ਮਹਾਨਦੀ ਉਸ ਬਾਗ ਨੂੰ ਸਿੰਜਣ ਦੇ ਲਈ ਅਦਨ ਦੇ ਵਿੱਚੋਂ ਦੀ ਜਾਂਦੀ ਸੀ, ਜੋ ਅੱਗੇ ਜਾ ਕੇ 4 ਹਿੱਸਿਆਂ ਵਿੱਚ ਵੰਡੀ ਜਾਂਦੀ ਸੀ। ਪਹਿਲੇ ਦਾ ਨਾਂ ਪਿਸੋਨ ਦਰਿਆ ਹੈ, ਜੋ ਹਵੀਲਾ ਨਾਂ ਦੇ ਦੇਸ਼ ਦੇ 4 ਪਾਸਿਆਂ ਦੀ ਹੋ ਕੇ ਵਗਦਾ ਹੈ। ਹਵੀਲਾ ਵਿੱਚ ਸੋਨਾ ਮਿਲਦਾ ਹੈ, ਉੱਥੋਂ ਦਾ ਸੋਨਾ ਸ਼ੁੱਧ ਹੁੰਦਾ ਹੈ ਅਤੇ ਉੱਥੇ ਮੋਤੀ ਅਤੇ ਸੁਲੇਮਾਨੀ ਪੱਥਰ ਵੀ ਮਿਲਦੇ ਹਨ। ਦੂਜੇ ਦਰਿਆ ਦਾ ਨਾਂ ਗਿਹੋਨ ਹੈ, ਜੋ ਰੂਪੇ ਦੇ 4 ਪਾਸਿਆਂ ਦੀ ਹੋ ਕੇ ਵਗਦਾ ਹੈ। ਤੀਜੇ ਦਾ ਨਾਂ ਦਜਲਾ ਹੈ, ਜੋ ਅਸੂਰ ਦੇ ਦੇਸ਼ ਦੇ ਪੂਰਬੀ ਪਾਸੇ ਤੋਂ ਹੋ ਕੇ ਜਾਂਦਾ ਹੈ ਅਤੇ ਚੌਥੇ ਦਰਿਆ ਦਾ ਨਾਂ ਫਰਾਤ ਹੈ। ਠੀਕ ਹੈ ਜੀ। ਅੰਕਲ ਜੀ ਜ਼ਰਾ ਹੁਣ ਹਿਜ਼ਕੀਏਲ 28 ਬਾਬ ਪੜ੍ਹੋ। 28 13 ਤੇ 14। ਹਿਜ਼ਕੀਏਲ 28 ਬਾਬ ਉਹਦੀ 13 ਤੇ 14 ਹੈ। ਤੂੰ ਅਦਨ ਵਿੱਚ ਪਰਮੇਸ਼ਵਰ ਦੇ ਬਾਗ ਵਿੱਚ ਸੈਂ, ਹਰੇਕ ਵਡਮੁੱਲਾ ਪੱਥਰ ਤੇਰੇ ਢੱਕਣ ਲਈ, ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਦੁਧੀਆ, ਬਿਲੌਰ, ਬੈਰੂਜ਼, ਸੁਲੇਮਾਨੀ ਅਤੇ ਯਸਬ, ਨੀਲਮ ਪੰਨਾ ਅਤੇ ਜਬਰਜ਼ਦ ਅਤੇ ਸੋਨਾ, ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ। ਤੇਰੇ ਉਤਪਤ ਦੇ ਦਿਹਾੜੇ ਤੋਂ ਉਹ ਤਿਆਰ ਕੀਤੀਆਂ ਗਈਆਂ। ਤੂੰ ਮਸਾ ਕੀਤਾ ਹੋਇਆ ਕਰੂਬੀ ਸੈਂ, ਜਿਹੜਾ ਟਕਦਾ ਸੀ, ਅਤੇ ਮੈਂ ਤੈਨੂੰ ਪਰਮੇਸ਼ਵਰ ਦੇ ਪਵਿੱਤਰ ਪਰਬਤ ਉੱਤੇ ਰੱਖਿਆ। ਤੂੰ ਉੱਥੇ ਅੱਗ ਵਾਲੇ ਪੱਥਰਾਂ ਦੇ ਵਿੱਚ ਤੁਰਦਾ ਫਿਰਦਾ ਸੈਂ। ਮੈਂ ਤੈਨੂੰ ਕਿੱਥੇ ਰੱਖਿਆ? ਪਵਿੱਤਰ ਪਹਾੜ ਉੱਤੇ। ਔਰ ਇਹ ਪਹਾੜ ਜਿਹੜੀ ਏ ਇਹ 12ਵੀਂ ਆਇਤ,
और पर्वत कितने थी जी? तू अदन में बाग खुदा में रहा कर। पैदाइश की किताब नहीं सानू दसदी कि बाग जिहड़ा सी पहाड़ ते लाया गया सी, ठीक है, लेकिन हिजकियल सानू दसदा वे कि एक्चुअली बाग जिहड़ा खुदा ने अदन लाया सी, वो कित्थे सी? वो खुदा दे पहाड़ दे उत्ते सी, ठीक है। क्योंकि पूरी दुनिया की जोग्राफिया तुसीं वेख लो, दरिया हमेशा कित्थों निकलते हैं? पहाड़ों के विचों, उत्तों निकलदे दरिया, कभी भी किसी होर जगह तो निकलते, ठीक है। सो चारे नदियां चारे दरिया जिहड़े पैदाइश दे विच ने बाग अदन दे विच जिहड़े निकलदे हन, हिजकियल नबी उन्होंने अनफोल्ड करदा वे और दसदा वे कि वो जिहड़ा खुदा दा प्रेजेंस सी, खुदा दा बाग सी, खुदा दी हजूरी जिहड़ी सी, सार नाल पहला खुदा ने उन्होंने कित्थे कायम कीता? पहाड़ दे उत्ते, पर्वत दे उत्ते, ठीक है, ओके। सो इट मीनस पर्वत किनू पेश करते हैं? सो मेरे जीजो, पर्वत जिहड़े ने पेश करते हैं डिवेलिंग प्लेस ऑफ गॉड्स प्रेजेंस, गॉड्स इनथ्रोनमेंट, नंबर 1। नंबर 2, वो पेश करते हैं कि जिथे खुदा मुख्तलिफ चीज़ों रीस्टोर करता वे, जिथे खुदा रीकनैक्ट करता वे, रिवाइव करता वे खुदा अपने आप को, ठीक है। इस तरह तुम वेखोगे अगे जो मैं तुहानू लिस्ट देवांगा तो तुहाडे कोल सारी तुहानू गल समझ आ रहेगी कि खुदा उत्थे करन की लगा वे। सो इसलिए जो असीं पढ़ने पैदाइश की 6 बाब जो पढ़ने, जो खुदा ने सारे बागे अदन नू और सारी दुनिया नू खुदा ने जो खत्म कर दिता, नूह दा तूफान जो आया तो कश्ती कित्थे जाके रुकी सी जी? पहाड़ ते जाके कोहे अरारात, ठीक है। सो कोहे अरारात पहाड़ ते जाके रुकी, तो जिहड़ी जनरेशन उदों बाद पैदा होई जिहड़ी, उन्होंने यह सोचा कि यार जिहड़ी उच्ची जगह वे ना, चूंकि खुदा उत्थे वसदा वे, इसलिए असी इंज करिए कि असी खुदा दे बराबर हो जाइए और असी खुदा तक पहुंचने की कोशिश करिए ताकि असी दोबारा डुब के ना होइए। इसलिए वेखोगे कि जो बाबल दा बुरज उन्हें बनाना शुरू किया वे, सो बुरज कितने भी बनेगा, इट रिप्रेजेंट के ह्यूमन वांट टू गो अपवर्ड, दे वांट टू सेव, दे वांट टू मेक देयर नेम, दे वांट टू लिव अंटिल जिन्हें चेर तक वो जिंदा रह सकते हैं। इट्स अ टैक्टिक ऑफ सर्वाइव, ठीक है जी। उन्होंने सोचा है, और इसलिए वेखो कि क्योंकि खुदा ने खुद नहीं बुलाया उन्होंने बुरज बनाने, खुदा ने खुद उन्होंने माउंटेन टॉप से नहीं बुलाया, लेकिन उन्होंने इंसानी प्लान सी, इसलिए असीं वेखने कि वो खुदा ने जबाना च की पा दिता, उन्होंने तफरीक पा दी, ठीक है जी। ओके, लेट्स गो टू द माउंटेन नाउ। नूह दे तूफान के बाद एक पहाड़ सी, वो वेखने, क्योंकि पहाड़ किन्ने चुनिया सी, कश्ती कित्थे जाके ठहरेगी? नूह ने चुनिया सी कि खुदा दा प्लान सी? गॉड्स प्लान, ठीक है। नंबर 2, ਉਹਦੇ ਬਾਅਦ ਖੁਦਾ ਨੇ ਅਬਰਾਹਮ ਨੂੰ ਕਾਲ ਕੀਤੀ, ਔਰ ਖੁਦਾ ਨੇ ਜਦੋਂ ਅਬਰਾਹਮ ਨੂੰ ਇਬਾਦਤ ਦਾ ਪਲਾਨ ਦਿੱਤਾ, ਪਹਿਲੀ ਵਾਰੀ ਬਾਈਬਲ ਦੇ ਵਿੱਚ ਅਗਰ ਕਿਤਲੇ ਲਫ਼ਜ਼ ਇਬਾਦਤ ਜਾਂ ਪ੍ਰਸਤਸ਼ ਜਾਂ ਵਰਸ਼ਿਪ ਆਇਆ ਵੇ ਤੇ ਉਹ ਪੈਦਾਇਸ਼ 17ਵਾਂ ਬਾਬ ਹੈ, ਜਿੱਥੇ ਖੁਦਾ ਉਹਨੂੰ ਹੁਕਮ ਦਿੰਦਾ ਵੇ ਕਿ ਆਪਣੇ ਬੇਟੇ ਨੂੰ ਮੇਰੇ ਲਈ ਕੁਰਬਾਨ ਕਰ ਦੇ। ਤੇ ਜਦੋਂ ਆਇਜ਼ਕ ਪੁੱਛਦਾ ਵੇ ਨਾ ਕਿ ਅਸੀਂ ਕਿੱਥੇ ਚੱਲੇ ਆ, ਤੇ ਉਹ ਕਹਿੰਦਾ ਵੇ ਕਿ ਜੀ ਅਸੀਂ ਖੁਦਾ ਦੀ ਕੀ ਕਰਨ ਚੱਲੇ ਆ? ਅਸੀਂ ਖੁਦਾ ਦੀ ਪੂਜਾ ਕਰਨ ਚੱਲੇ ਆ, ਪ੍ਰਸਤਿਸ਼ ਕਰਨ ਚੱਲੇ ਆ। ਔਰ ਉੱਥੇ ਉਹ ਜਦੋਂ ਇਜ਼ਹਾਕ ਨੂੰ ਲੈ ਕੇ ਜਾਂਦਾ ਵੇ ਤਾਂ ਕਿਹੜਾ ਪਹਾੜ ਸੀ ਜੀ? ਉਹਨੂੰ ਕਿਹਾ ਗਿਆ ਵੇ ਜੀ ਕੋਹੇ ਮੋਰੀਆ, ਠੀਕ ਹੈ। ਦੈਟ ਵਾਜ਼ ਮੋਰਾਇਆ, ਮਾਊਂਟ ਮੋਰਾਇਆ ਜਿਹੜਾ ਵੇ, ਦੈਟ ਵਾਜ਼ ਦ ਮਾਊਂਟਨ ਖੁਦਾ ਨੇ ਕਿਹਾ ਉੱਥੇ ਮੇਰੇ ਲਈ ਲੈ ਕੇ ਆਏ ਨੇ, ਠੀਕ ਹੈ। ਸੋ ਅਸੀਂ ਇਹ ਵੇਖਦੇ ਹਾਂ ਅਬਰਾਹਮ ਨੂੰ ਖੁਦਾ ਨੇ ਬੁਲਾਇਆ, ਐਂਡ ਦੈਟ ਵਾਜ਼ ਵੇਅਰ ਗॉड ਮੇਡ ਅ ਕੋਵੈਨੈਂਟ ਵਿਦ, ਠੀਕ ਹੈ ਜੀ। ਖੁਦਾ ਰੀਸਟੋਰ ਕਰਦਾ, ਖੁਦਾ ਰੀਕਨੈਕਟ ਕਰਦਾ ਆਪਣੇ ਆਪ ਨੂੰ। ਇੱਕ ਹੋਰ ਬੜੀ ਇੰਪੋਰਟੈਂਟ ਅਸੀਂ ਸਟੋਰੀ ਪੜ੍ਹਦੇ ਹਾਂ, ਤੁਹਾਨੂੰ ਯਾਦ ਹੋਏਗਾ ਕਿ ਜਦੋਂ ਯਾਕੂਬ, ਠੀਕ ਹੈ, ਯਾਕੂਬ ਜਦੋਂ ਆਪਣੇ ਭਰਾ ਈਸਾਊ ਤੋਂ ਡਰ ਕੇ ਨੱਠਦਾ ਵੇ ਤੇ ਰਾਹ ਦੇ ਵਿੱਚ ਉਹਦੀ ਮੁਲਾਕਾਤ ਜਦੋਂ ਖਾਬ ਵਹਿੰਦਾ ਵੇ ਤੇ ਅਸਮਾਨ ਤੇ ਇੱਕ ਸੀੜੀ ਲੱਗੀ ਏ ਤੇ ਉੱਤੋਂ ਫਰਿਸ਼ਤੇ ਉਤਰਨ ਡਏ ਨੇ ਸੀੜੀ ਤੇ, ਕੁਛ ਚੜ੍ਹਨ ਡਏ ਨੇ, ਠੀਕ ਹੈ। ਉਹ ਕਿੱਥੇ ਵਹਿੰਦਾ ਵੇ? ਉਹ ਵੀ ਅਗੇਨ ਇਟ ਵਾਜ਼ ਅ ਕਾਈਂਡ ਆਫ ਅ ਹਾਈ ਹਿਲ ਜਿੱਥੇ ਉਹ ਖੁਦਾ ਨਾਲ ਮੁਲਾਕਾਤ ਕਰਦਾ ਵੇ। ਉਹਦੇ ਬਾਅਦ ਅਸੀਂ ਵੇਖਦੇ ਹਾਂ ਕਿ ਜਦੋਂ ਉਹ ਵਾਪਸ ਆਉਂਦੇ ਆ, ਜਦੋਂ ਕੁਸ਼ਤੀ ਲੜਦਾ ਵੇ ਫਰਿਸ਼ਤੇ ਦੇ ਨਾਲ, ਠੀਕ ਹੈ, ਦੈਟ ਵਾਜ਼ ਅਗੇਨ ਹਾਈ ਹਿਲ। So that is where divine encounter happened with the men. खुदा ਜਦੋਂ ਵੀ ਪਲਾਨ ਕਰਦਾ ਵੇ ਆਪਣੇ ਲੋਕਾਂ ਨੂੰ ਬਲੈਸ ਕਰਨ ਲਈ, ਉਹਨਾਂ ਨੂੰ ਜਦੋਂ ਖੁਦਾ ਚੁਣਦਾ ਵੇ, ਖੁਦਾ ਉਹਨਾਂ ਦੇ ਨਾਲ ਮਖਸੂਸ ਜਗ੍ਹਾ ਦਾ ਚੁਣਾਵ ਕਰਦਾ ਵੇ, ਔਰ ਜਗ੍ਹਾ ਹਮੇਸ਼ਾ ਖੁਦਾ ਚੁਣਦਾ ਵੇ। ਮੈਂ ਅੱਗੇ ਆਵਾਂਗਾ ਇਹਨਾਂ ਸਾਰੀਆਂ ਚੀਜ਼ਾਂ 'ਚ ਕਾਮਨੈਲਿਟੀ ਕੀ ਹੈ। ਇਸੇ ਤਰ੍ਹਾਂ ਵੇਖੋਗੇ ਜਦੋਂ ਮੂਸਾ ਨੂੰ ਖੁਦਾ ਨੇ ਹੁਕਮ ਦੇਣੇ ਹਨ, ਔਰ ਖੁਦਾ ਨੇ ਜਦੋਂ ਆਪਣਾ ਜਲਾਲ ਵਹਾਣਾ ਸੀ, ਔਰ ਖੁਦਾ ਨੇ ਜਦੋਂ ਉਹਨੂੰ ਆਪਣਾ ਲਾਅ ਦੇਣਾ ਸੀ, ਸ਼ਰੀਅਤ ਦੇਣੀ ਸੀ, ਖੁਦਾ ਨੇ ਕਿੱਥੇ ਬੁਲਾਇਆ ਉਹਨੂੰ? ਪਹਾੜ ਤੇ ਆਇਆ। ਇਲਾਈਜਾ, ਏਲੀਆ ਨਬੀ, ਜਦੋਂ ਏਲੀਆ ਨਬੀ ਕਹਿੰਦਾ ਕਿ ਮੈਨੂੰ ਚੁੱਕ ਲੈ ਹੁਣ, ਤੇ ਖੁਦਾ ਉਹਨੂੰ ਫਾਈਨਲ ਜਦੋਂ ਵਰਡ ਦਿੰਦਾ ਵੇ, ਉਦੋਂ ਏਲੀਆ ਵੀ ਕਿੱਥੇ ਚੜ ਜਾਂਦਾ ਵੇ? ਪਹਾੜ ਦੇ ਉੱਤੇ, ਠੀਕ ਹੈ। ਖੁਦਾਵੰਦ ਯਿਸੂ ਮਸੀਹ, ਠੀਕ ਹੈ ਜੀ, ਖੁਦਾਵੰਦ ਯਿਸੂ ਮਸੀਹ ਨੇ ਜਦੋਂ ਪਹਾੜੀ ਆਵਾਜ਼ ਦਿੱਤਾ ਵੇ, ਦੈਟ ਵਾਜ਼ ਅਗੇਨ ਹਿਲ,
ਉਹਦੇ ਬਾਅਦ ਖੁਦਾਵੰਦ ਯਿਸੂ ਮਸੀਹ ਦੇ ਅਸਮਾਨ ਤੇ ਅਸੈਂਡਡ ਹੋਏ ਨੇ ਔਨ ਦ ਮਾਊਂਟੇਨ। ਠੀਕ ਹੈ, ਸੋ ਦੈਟਸ ਵੇਅਰ ਦ ਮਾਊਂਟੇਨ, ਦ ਕੰਟੀਨਿਊਟੀ ਆਫ ਦ ਗॉड्स ਚੋਜ਼ਨ ਮਾਊਂਟੇਨ ਜਿਹੜਾ ਨਾ। ਔਰ ਖੁਦਾਵੰਦ ਯਿਸੂ ਮਸੀਹ ਕਿਹੜੇ ਪਹਾੜ ਤੋਂ ਜੀ? ਕਿਹੜੇ ਪਹਾੜ ਤੇ? ਪਹਾੜੀ ਤੇ ਵੀ ਖੁਦਾਵੰਦ ਯਿਸੂ ਮਸੀਹ ਨੂੰ ਸਲੀਬ ਵੀ ਪਹਾੜੀ ਤੇ ਦਿੱਤੀ ਗਈ। ਠੀਕ ਹੈ, ਔਰ ਖੁਦਾਵੰਦ ਯਿਸੂ ਮਸੀਹ ਦਾ ਅਸੈਂਸ਼ਨ ਅਸਮਾਨ ਤੇ ਜਾਣਾ ਵੀ ਪਹਾੜ ਦੇ ਉੱਤੋਂ ਹੋਇਆ ਵੇ, ਐਂਡ ਦੈਟ ਵਾਜ਼ ਮਾਊਂਟ ਜ਼ਾਇਨ, ਕੋਹ ਸਿਯੂਨ ਜਿਹੜਾ ਵੇ ਨਾ, ਉਹ ਖੁਦਾ ਨੇ ਪਹਾੜ ਨੂੰ ਚੁਣਿਆ ਸੀ। ਸੋ ਅਸੀਂ ਵੇਖਦੇ ਹਾਂ ਕਿ ਖੁਦਾ ਦੀ ਪ੍ਰੈਜ਼ੈਂਸ, ਖੁਦਾ ਦੇ ਲੋਕਾਂ ਦੇ ਨਾਲ ਖੁਦਾ ਦਾ ਇਨਕਾਊਂਟਰ, ਔਰ ਖੁਦਾ ਜਦੋਂ ਮੁਕਾਸ਼ਫਾ ਦਿੰਦਾ ਵੇ, ਖੁਦਾ ਜਦੋਂ ਨਵਾਂ ਆਰਡਰ ਰਿਪਲੇਸ ਕਰਦਾ ਵੇ, ਖੁਦਾ ਜਦੋਂ ਕੋਈ ਵੀ ਨਵੀਂ ਚੀਜ਼ ਕਰਨ ਲੱਗਦਾ ਵੇ, ਗॉड ਚੂਜ਼ ਅ ਸਪੈਸ਼ਲ ਪਰਸਨ ਬਾਈ ਨੇਮ, ਉਹਨੂੰ ਖੁਦਾ ਬਾਈ ਨੇਮ ਬੁਲਾਉਂਦਾ ਵੇ, ਉਹਨੂੰ ਖੁਦਾ ਆਪਣੀ ਮਰਜ਼ੀ ਦੇ ਨਾਲ ਪਹਾੜ ਤੇ ਲੈ ਕੇ ਜਾਂਦਾ, ਮਾਊਂਟੇਨ ਟੌਪ ਐਕਸਪੀਰੀਅੰਸ ਦਿੰਦਾ ਵੇ, ਖੁਦਾ ਉਹਦੇ ਵਸੀਲੇ ਆਪਣਾ ਨया ਲਾਅ ਉਹਨੂੰ ਜਿਹੜਾ ਵੇ ਚਾਹੁੰਦਾ ਵੇ, ਔਰ ਇਹ ਹਮੇਸ਼ਾ ਉਹ ਬੰਦੇ ਜਿਹੜੇ ਨੇ ਖੁਦਾ ਨੂੰ ਆਪਣੀ ਫਰਮਾ ਬਰਦਾਰੀ ਓਬੀਡੀਐਂਸ ਦੇ ਨਾਲ ਉਹਨੂੰ ਰਿਪਲਾਈ ਕਰਦੇ ਨੇ, ਰਿਸਪੌਂਡ ਕਰਦੇ ਨੇ। ਠੀਕ ਹੈ, ਦਿਲਚਸਪ ਗੱਲ ਜਿਹੜੀ ਹੁੰਦੀ ਹੈ ਉਹ ਕੀ ਹੁੰਦੀ ਹੈ, ਬਾਜ਼ ਔਕਾਤ ਸਾਨੂੰ ਲੱਗਦਾ ਵੇ ਕਿ ਉਹ ਬੰਦੇ ਆਪ ਹੀ ਫੇਲ ਹੋ ਗਏ ਨੇ। ਠੀਕ ਹੈ, ਜਿਵੇਂ ਮੂਸਾ ਨੂੰ ਅਸੀਂ ਵੇਖਦੇ ਹਾਂ ਕਿ ਮੂਸਾ ਮੌਦਾ ਮੁਲਕ ਮੌਦਾ 'ਚ ਨਹੀਂ ਜਾ ਸਕਿਆ, ਪ੍ਰੋਮਿਸ ਲੈਂਡ 'ਚ ਨਹੀਂ ਜਾ ਸਕਿਆ। ਠੀਕ ਹੈ, ਇਲਾਈਜਾ ਅਲਟੀਮੇਟਲੀ ਡਿਸਹਾਰਟ ਹੋ ਕੇ ਖੁਦਾ ਨੂੰ ਕਹਿੰਦਾ ਮੈਨੂੰ ਲੈ ਜਾ। ਠੀਕ ਹੈ, ਕਿੰਗ ਡੇਵਿਡ ਜਿਹੜਾ ਸੀ, ਉਹਨੇ ਜਿਹੜਾ ਨਮੂਨਾ ਵੇਖਿਆ ਉਹ ਆਪੀ ਜ਼ਿੰਦਗੀ 'ਚ ਉਹਨੂੰ ਉਹਦਾ ਪ੍ਰੋਪਰ ਨਹੀਂ ਵੇਚ ਸਕਿਆ। ਠੀਕ ਹੈ, ਫਿਜ਼ੀਕਲ ਉਹਦੀ ਪੋਜੀਸ਼ਨ। ਲੇਕਿਨ ਬੜੀ ਇੰਪੋਰਟੈਂਟ ਗੱਲ ਹੈ ਕਿ ਜਿੰਨਿਆਂ ਲੋਕਾਂ ਨੂੰ ਖੁਦਾ ਨੇ ਬੁਲਾਇਆ ਉਹ ਹਮੇਸ਼ਾ ਉਹਨਾਂ ਦਾ ਇੰਪੈਕਟ ਨੈਕਸਟ ਜਨਰੇਸ਼ਨ ਵਾਸਤੇ ਹੁੰਦਾ ਸੀ, ਅਗਲੀਆਂ ਨਸਲਾਂ ਵਾਸਤੇ ਹੁੰਦਾ ਸੀ। ਉਹ ਆਪਣੀ ਨਸਲ ਦੇ ਸ਼ਾਇਦ ਉਹ ਬੰਦਾ ਨਾਕਾਮ ਗਿਣਿਆ ਜਾਂਦਾ ਸੀ। ਸੋ ਦੈਟਸ ਇੰਟਰਸਟਿੰਗ ਕੰਟਰਾਸਟ। ਖੁਦਾਵੰਦ ਯਿਸੂ ਮਸੀਹ ਦੀ ਸਲੀਬੀ ਮੌਤ ਵੀ ਯਿਸੂ ਮਸੀਹ ਦੇ ਆਪਣੇ ਦੌਰ ਦੇ ਵਿੱਚ ਕੀ ਗਿਣੀ ਗਈ ਹੈ? ਨਾਕਾਮੀ ਗਿਣੀ ਗਈ ਹੈ। ਠੀਕ ਹੈ, ਕਿ ਜੀ ਵੇਖੋ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਤੇ ਖੁਦਾ ਦਾ ਬੇਟਾ ਥੱਲੇ ਉਤਰ ਆਏ ਤੇ ਇਹ ਕਰਦੇ ਤੇ ਉਹ ਕਰਦੇ ਤੇ ਜਨਾਬ ਉਹਦੇ ਤੇ ਇਲਜ਼ਾਮ ਇੰਨੇ ਲੱਗੇ। ਯਾਨੀ ਹੀ ਵਾਸ ਟੋਟਲੀ ਕ੍ਰਿਟਿਸਾਈਜ਼ਡ ਐਂਡ ਟੋਟਲੀ ਡਿਬੰਕਡ ਬਾਈ ਹਿਜ਼ ਓਨ ਜਨਰੇਸ਼ਨ। ਲੇਕਿਨ ਆਉਣ ਵਾਲੇ ਨਸਲਾਂ ਅੱਜ ਅਸੀਂ 200 ਸਾਲ ਬਾਅਦ 21ਵੀਂ ਸਦੀ ਦੇ ਵਿੱਚ ਅਸੀਂ ਅੱਜ ਬਹਿ ਕੇ ਅਸੀਂ ਖੁਦਾਵੰਦ ਯਿਸੂ ਮਸੀਹ ਦੀ ਦਾਤ ਨੂੰ ਜ਼ਿਕਰ ਕਰ ਰਹੇ ਹਾਂ। So that's how things work when God gives us top experiences. ਜ਼ਬੂਰ ਨੰਬਰ 15 ਜਿਹੜਾ ਵੇ ਮੇਰੇ ਜੀਜ਼ੋ, that's very important, ਕਿਉਂਕਿ ਜਦੋਂ ਦਾਊਦ ਇਹ ਗੱਲ ਕਰਦਾ ਵੇ ਨਾ ਖੁਦਾਵੰਦ ਤੇਰੇ ਪਹਾੜ ਤੇ ਔਰ ਤੇਰੇ ਖੈਮੇ 'ਚ ਕੌਣ ਰਵੇਗਾ, ਤੇ ਫਿਰ ਐਕਚੁਅਲੀ ਜਿਹੜਾ ਪਹਾੜ ਏ ਦੈਟ ਰਿਪਰੈਜ਼ੈਂਟ ਕੋਹੇ ਜ਼ਾਇਨ ਜਿਹੜਾ ਵੇ ਜਿਹਨੂੰ ਖੁਦਾ ਨੇ ਚੁਣਿਆ ਵੇ, ਉਹ ਕੋਹੇ ਦਾਊਦ ਜ਼ਿਕਰ ਕਰਦਾ ਵੇ ਕੋਹੇ ਸਿਯੋਨ ਦਾ। ਠੀਕ ਹੈ ਜੀ, ਕਿਹੜੇ ਪਹਾੜ ਦਾ ਜ਼ਿਕਰ ਕਰਨ ਡਿਆ? ਕੋਹੇ ਸਿਯੋਨ ਦਾ। ਕਿਉਂਕਿ ਹੈਕਲ ਜਿਹੜੀ ਉਹਨੇ ਬਣਾਉਣੀ ਸੀ, ਜਿਹੜਾ ਨਮੂਨਾ ਖੁਦਾ ਨੂੰ ਦਿੱਤਾ ਸੀ, ਉਹ ਕਿੱਥੇ ਬਣੇਗੀ? ਕੋਹੇ ਸਿਯੋਨ ਤੇ। ਠੀਕ ਹੈ, ਦੈਟਸ ਦ ਮਾਊਂਟੇਨ ਜ਼ਾਇਨ। ਹੁਣ ਜ਼ਾਇਨ ਜਿਹੜਾ ਵੇ ਇਹਦੀਆਂ ਦੋ ਗੱਲਾਂ ਬੜੀਆਂ ਪਾਵਰਫੁਲ ਨੇ। ਉਹਦੀ ਵਜ੍ਹਾ ਕੀ ਹੈ? ਕੋਹੇ ਸਿਯੋਨ ਦੀ ਜਿਹੜੀ ਇੰਪੋਰਟੈਂਸ ਹੈ, ਸਿਗਨੀਫੀਕੈਂਸ ਹੈ, ਦੋ ਚੀਜ਼ਾਂ ਦੇ ਨਾਲ ਹੈ। ਪਹਿਲੀ ਚੀਜ਼ ਹੈ ਖੁਦਾ ਦੀ ਹੈਕਲ, ਸਪਿਰਿਚੁਅਲ ਪਾਵਰ ਐਂਡ ਪ੍ਰੈਜ਼ੈਂਸ। ਨੰਬਰ 2, ਦਾਊਦ ਨੇ ਜ਼ਾਇਨ ਦੇ ਵਿੱਚ ਹੀ ਆਪਣਾ ਪੋਲੀਟੀਕਲ ਕੈਪੀਟਲ ਕੀ ਬਣਾਇਆ, ਉਹਨੂੰ ਕਾਇਮ ਕੀਤਾ। ਤੁਸੀਂ ਵੇਖੋਗੇ ਪ੍ਰੈਜ਼ੀਡੈਂਟ ਟਰੰਪ ਨੇ 2 ਸਾਲ ਪਹਿਲਾਂ ਯਰੂਸ਼ਲਮ ਨੂੰ ਕੀ ਬਣਾਇਆ? ਦੁਬਾਰਾ ਇਸਰਾਈਲ ਦਾ ਕੈਪੀਟਲ। ਮਤਲਬ ਇਸਰਾਈਲ ਦਾ ਕੈਪੀਟਲ ਪਹਿਲੀ ਵਾਰੀ ਯਰੂਸ਼ਲਮ ਨੂੰ ਕਿਹਨੇ ਬਣਾਇਆ ਸੀ? ਦਾਊਦ ਨੇ। ਠੀਕ ਹੈ, ਇਹਦਾ ਮਤਲਬ ਇਹ ਹੋਇਆ ਕਿ ਖੁਦਾ ਦਾ ਖੈਮਾ ਔਰ ਖੁਦਾ ਦਾ ਪਹਾੜ ਜਿਹੜਾ ਵੇ, ਖੁਦਾ ਦੀ ਪ੍ਰੈਜ਼ੈਂਸ ਜਿਹੜੀ ਹੈ, that not only represent spiritual exercise, it also represent God's political order. ਠੀਕ ਹੈ, ਕਿੰਨੀਆਂ ਚੀਜ਼ਾਂ ਖੁਦਾ ਇਸਤੇਮਾਲ ਕਰ ਰਿਹਾ ਉੱਥੇ? ਸਪਿਰਿਚੁਅਲ ਆਰਡਰ, ਦ ਪ੍ਰੀਸਟਲੀ ਕਿੰਗਡਮ, ਐਂਡ ਨੰਬਰ 2 ਖੁਦਾ ਦਾ ਪੋਲੀਟੀਕਲ ਆਰਡਰ, ਜਿਹਦੇ ਜ਼ਰੀਏ ਖੁਦਾ ਆਪਣੇ ਨਿਜ਼ਾਮ ਨੂੰ ਦੁਨੀਆ ਦੇ ਕੀ ਕਰੇਗਾ? ਕਾਇਮ ਕਰੇਗਾ। ਔਰ ਏਜੰਸੀ ਖੁਦਾ ਨੇ ਕੀ ਰੱਖੀ ਹੈ? अपना हैकल और अपना कोहे मुकद्दस। दैट इज द एजेंसी जिस जरिए खुदा की करेगा, अपने प्लान ਨੂੰ ਇੰਪਲਾਂਟ ਕਰੇਗਾ। ਸੋ ਹੁਣ ਅਸੀਂ ਜਦੋਂ ਸਾਨੂੰ ਸਮਝ ਆ ਗਈ ਨਾ ਕਿ ਐਕਚੁਅਲੀ ਇਹ ਕੀ ਹੋ ਰਿਹਾ ਇੱਥੇ, ਠੀਕ ਹੈ, ਇੱਕ ਹਵਾਲਾ ਅਸੀਂ ਹੋਰ ਪੜਾਂਗੇ ਔਰ ਫਿਰ ਅਸੀਂ ਇਹਦੇ ਟੈਕਸਟ ਤੇ ਆਵਾਂਗੇ ਉੱਥੇ ਦਾਊਦ ਕਹਿਣਾ ਕੀ ਚਾਹ ਰਿਹਾ ਹੈ। ਔਰ ਹਵਾਲਾ ਕੀ ਹੈ? ਉਹ ਵੇ ਕੰਟਰਾਸਟ ਜ਼ਾਇਨ ਵਰਸਸ ਸਿਨਾਏ, ਨਵੇਂ ਯਾਦਨਾਮੇ ਦੇ ਵਿੱਚ। ਸਿਸਟਰ ਜੋਤੀ ਜ਼ਰਾ ਕੱਢਿਓ ਇਬਰਾਨੀਓ 12 ਬਾਬ ਔਰ ਉਹਦੀ 18 ਤੋਂ 24 ਆਇਤ। ਇਬਰਾਨੀਓ ਦਾ ਖਤ, ਇਬਰਾਨੀਆਂ 12 ਉਹਦੀ 18 ਆਇਤ। ਤੁਸੀਂ ਉਸ ਪਹਾੜ ਸਿਯੋਨ ਤੱਕ ਨਹੀਂ ਪਹੁੰਚੇ ਹੋ ਕਿ ਤੁਸੀਂ ਉਸ ਨੂੰ ਛੂ ਕੇ ਅਨੁਭਵ ਕਰ ਸਕੋ, ਜਾਂ ਉਸ ਉਤਲੇ ਹਨੇਰੇ ਜਾਂ ਧੁੰਦਲੇਪਨ, ਤੇਜ਼ ਹਵਾ ਵਰਗੀ ਸੀਸੀ ਦੀ ਆਵਾਜ਼, ਬਿਗਲ ਦੀ ਉੱਚੀ ਆਵਾਜ਼ ਜਾਂ ਅਦਭੁਤ ਆਵਾਜ਼ ਨੂੰ ਸੁਣ ਸਕੋ। ਜਿਨ੍ਹਾਂ ਉਸ ਨੂੰ ਸੁਣਿਆ ਸੀ ਉਹਨਾਂ ਬੇਨਤੀ ਕੀਤੀ ਸੀ ਕਿ ਉਹ ਫਿਰ ਇਸ ਨੂੰ ਨਾ ਸੁਣਨ, ਕਿਉਂਕਿ ਇਸ ਆਗਿਆ ਨੂੰ ਸੁਣ ਕੇ ਵੀ ਘਬਰਾ ਗਏ ਸਨ ਕਿ ਜੇਕਰ ਕੋਈ ਜਾਨਵਰ ਵੀ ਇਸ ਪਹਾੜ ਨੂੰ ਛੂ ਜਾਏ ਤਾਂ ਪਥਰਾਓ ਕਰ ਦਿੱਤਾ ਜਾਵੇ।
ਇਸ ਤਰ੍ਹਾਂ ਉਹ ਸਾਰਾ ਨਜ਼ਾਰਾ ਅਤੀ ਭਿਆਨਕ ਸੀ। ਇਸੇ ਲਈ ਮੂਸਾ ਨੇ ਕਿਹਾ, ਮੈਂ ਡਰ ਦੇ ਨਾਲ ਕੰਬ ਉੱਠਿਆ। ਪਰ ਨਹੀਂ, ਤੁਸੀਂ ਤਾਂ ਸਿਯੋਨ ਪਹਾੜ, ਜਿਉਂਦੇ ਪਰਮੇਸ਼ਰ ਦੇ ਨਗਰ, ਸਵਰਗੀ ਯਰੂਸ਼ਲਮ ਅਤੇ ਅਣਗਿਣਤ ਸਵਰਗਦੂਤਾਂ ਦੇ ਸਾਹਮਣੇ ਖੜੇ ਹੋ। ਤੁਸੀਂ ਉਸ ਦੀ ਵਿਸ਼ਵਾਸ ਅਰਥਾਤ ਉਸ ਦੇ ਜੇਠੇ ਪੁੱਤਰਾਂ ਦੇ ਕੋਲ ਪਹੁੰਚ ਗਏ ਹੋ, ਜਿਨ੍ਹਾਂ ਦੇ ਨਾਂ ਸਵਰਗ ਵਿੱਚ ਲਿਖੇ ਜਾ ਚੁੱਕੇ ਹਨ। ਤੁਸੀਂ ਸਰਬ ਮਨੁੱਖਤਾ ਦੇ ਨਿਆਂਕਰਤਾ ਪਰਮੇਸ਼ਰ ਅਤੇ ਉਹਨਾਂ ਭਲੀਆਂ ਆਤਮਾਵਾਂ ਦੇ ਸਾਹਮਣੇ ਖੜੇ ਹੋ ਜੋ ਪੂਰਨ ਕੀਤੀਆਂ ਜਾ ਚੁੱਕੀਆਂ ਹਨ। ਅਤੇ ਤੁਸੀਂ ਯਿਸੂ ਦੇ ਕੋਲ, ਜੋ ਨਵੇਂ ਨੇਮ ਦਾ ਵਿਚੋਲਾ ਅਤੇ ਜਿਸ ਦਾ ਵਿਆਹਿਆ ਗਿਆ ਖੂਨ ਹਾਬਲ ਦੇ ਖੂਨ ਨਾਲੋਂ ਕਿਤੇ ਉੱਤਮ ਵਸਦਾ ਬਾਰੇ ਦੱਸਦਾ ਹੈ। ਥੈਂਕ ਯੂ। ਤਾਂ ਵੇਖਿਆ ਜੀ ਕੰਟਰਾਸਟ ਦੋ ਪਹਾੜਾਂ ਦਾ। ਕੀ ਕੰਟਰਾਸਟ ਹੈ? ਪਹਿਲਾ ਪਹਾੜ ਉਹ ਕਹਿਣ ਡਿਆ ਸਿਯੋਨ, ਜਿਹੜਾ ਸਿਨਾਈ ਸੀ, ਤੁਸੀਂ ਉਹਦੇ ਕੋਲ ਨਹੀਂ ਆਏ। ਠੀਕ ਹੈ, ਕਿਉਂ? ਵਾਟ ਇਜ਼ ਦ ਡਿਫਰੈਂਸ? ਕਿਉਂਕਿ ਉਹਨੂੰ ਛੂਣਾ ਮੁਮਕਿਨ ਹੀ ਨਹੀਂ ਸੀ। ਹੱਥ ਲਾਣਾ ਤੇ ਵੇਖਣਾ ਦੂਰ ਦੀ ਗੱਲ, ਉਹਨੂੰ ਮੁਸ਼ਕਲ ਸੀ। ਅੱਗ ਨਾਲ ਬਲਦਾ, ਕਾਲੀ ਕਟਾ, ਤੁਸੀਂ ਵੇਖਣ ਦੇ ਪੂਰਾ ਸਿਨਾਈ ਦਾ ਕਨਸੈਪਟ, ਪੂਰਾ ਈਦ ਪੈਂਤੀਕੋਸ ਸਿਨਾਈ। ਠੀਕ ਹੈ, ਵਾਟ ਇਜ਼ ਦ ਡਿਫਰੈਂਸ ਨਾਓ? ਡਿਫਰੈਂਸ ਕੀ ਹੈ? ਸੁਣਨ ਵਾਲਿਆਂ ਸਿਰਫ ਇਹ ਦਰਖਾਸਤ ਕੀਤੀ ਕਿ ਭਾਈ ਅਸੀਂ ਇਹਦੀ ਬਰਦਾਸ਼ਤ ਨਹੀਂ ਕਰ ਸਕਦੇ, ਮੂਸਾ ਤੂੰ ਜਾਇਆ ਕਰ, ਤੂੰ ਹੀ ਹੁਕਮ ਲੈ ਕੇ ਆ ਕੇ ਸਾਨੂੰ ਦੱਸ ਦਿਆ ਕਰ। ਦੈਟਸ ਇਟ। ਜੋ ਕੁਝ ਤੂੰ ਕਹੇਂਗਾ ਅਸੀਂ ਮੰਨ ਲਾਂਗੇ। ਸਾਡੇ 'ਚ ਇੰਨੀ ਤੱਪੜ ਕੋਈ ਨਹੀਂ, ਸਾਡੇ 'ਚ ਇੰਨਾ ਜ਼ੋਰ ਕੋਈ ਨਹੀਂ ਕਿ ਅਸੀਂ ਖੁਦਾ ਦੀ ਪ੍ਰੈਜ਼ੈਂਸ ਦਾ ਕੀ ਕਰ ਸਕੀਏ, ਅਸੀਂ ਖੁਦਾ ਦੀ ਪ੍ਰੈਜ਼ੈਂਸ ਦਾ ਸਹਿ ਸਕੀਏ। ਠੀਕ ਹੈ। ਸੋ ਮੂਸਾ ਵੀ ਕਿਹਾ ਕਿ ਮੈਂ ਵੀ ਬੜਾ ਡਰਨਾ ਵਾਂ, ਕਿਉਂਕਿ ਜਿਹੜਾ ਕੋਈ ਪਹਾੜ ਨੂੰ ਖੁਦਾ ਦੀ ਮਰਜ਼ੀ ਤੋਂ ਬਗੈਰ ਨੇੜੇ ਆਏਗਾ, ਹੱਥ ਲਾਏਗਾ, ਮਾਰ ਦਿੱਤਾ ਜਾਏਗਾ। ਠੀਕ ਹੈ। ਲੇਕਿਨ ਕੀ ਲਿਖਿਆ ਜੀ? ਬਲਕਿ ਤੁਸੀਂ ਸਿਯੋਨ ਦੇ ਪਹਾੜ। ਓਕੇ, ਨਾਓ ਵਾਟ ਇਜ਼ ਜ਼ਾਇਨ? क्योंकि ज़ायन वो पहाड़ है। यसु मसीह ने क्या सी शागिर्दां नूं, जब तक तुम्हें कुव्वत का लिबास ना मिले की करो? यरूशलेम यानी कोहे सिय्योन ते की करना? ठहरे रहना। ओके, क्यों? क्योंकि खुदा तुहानू हुण उत्ते आउण दी लोड़ कोई नहीं। खुदा अपनी रूह हुण की करेगा? डिसेंड करेगा, खुदा ਉਹਨੂੰ ਕਰੇਗਾ। ਠੀਕ ਹੈ ਜੀ। तो ਤੁਸੀਂ ਕਿਤੇ ਸਿਯੋਨ ਦੇ ਪਹਾੜ ਤੇ ਜ਼ਿੰਦਾ ਖੁਦਾ ਦੇ ਸ਼ਹਿਰ ਯਾਨੀ ਅਸਮਾਨੀ ਯਰੂਸ਼ਲਮ, ਔਰ ਯਰੂਸ਼ਲਮ ਖੁਦਾ ਨੇ ਕਿੱਥੇ ਕਾਇਮ ਕੀਤਾ ਵੇ? ਜ਼ਮੀਨ ਦੇ ਉੱਤੇ। ਜਿਵੇਂ ਖੁਦਾ ਨੇ ਅਦਨ ਕਿੱਥੇ ਲਾਇਆ ਸੀ? ਜ਼ਮੀਨ ਦੇ ਉੱਤੇ। ਠੀਕ ਹੈ। ਜਿਵੇਂ ਖੁਦਾ ਨੇ ਆਪਣਾ ਨਵਾਂ ਕਮਾਂਡ, ਨਵਾਂ ਵਰਲਡ ਆਰਡਰ ਯਿਸੂ ਮਸੀਹ ਦੇ ਵਸੀਲੇ ਕਿੱਥੇ ਕਾਇਮ ਕੀਤਾ ਵੇ? ਜ਼ਮੀਨ ਦੇ ਉੱਤੇ। ਕਲੀਸਿਆ ਕਿੱਥੇ ਕਾਇਮ ਹੋਈ ਹੈ? ਜ਼ਮੀਨ ਦੇ ਉੱਤੇ। ਓਕੇ, ਪੈਦਾਇਸ਼ ਦੀ ਕਿਤਾਬ ਤੋਂ ਲੈ ਕੇ ਤੁਸੀਂ ਮੁਕਾਸ਼ਵਾਰੀ ਕਿਤਾਬ ਵਿੱਚ ਪੜ੍ਹ ਲਓ, ਨਵਾਂ ਸ਼ਹਿਰ ਯਰੂਸ਼ਲਮ ਥੱਲਿਓਂ ਉੱਤੇ ਜਾਣ ਡਿਆ ਕਿ ਉੱਤੋਂ ਥੱਲੇ ਆਉਣ ਡਿਆ? ਓਕੇ। ਸੋ ਜਿੰਨੇ ਲੋਕ, ਮੈਨੂੰ ਨਹੀਂ ਪਤਾ ਕਿ ਲੋਕਾਂ ਨੇ ਕਿੱਥੋਂ ਟੀਚਿੰਗ ਕੱਢ ਲਈਏ ਕਿ ਜੀ ਅਸੀਂ ਸਾਰੇ ਉੱਡ ਜਾਵਾਂਗੇ ਤੇ ਮਨੱਠ ਜਾਵਾਂਗੇ ਤੇ ਇਹ ਹੋ ਜਾਏਗਾ ਤੇ ਉਹ ਖੁਦਾ ਦਾ ਤਾਂ ਯਰੂਸ਼ਲਮ ਉੱਤੋਂ ਥੱਲੇ ਉਤਰਨਾ, ਤੁਹਾਂ ਉੱਤੇ ਕਿੱਥੇ ਜਾਣਾ ਹੈ? ਸੋ ਦੈਟਸ ਇੰਟਾਇਰਲੀ ਡਿਫਰੈਂਟ ਐਂਗਲ ਜਿਹੜਾ ਖੁਦਾ ਦਾ ਕਲਾਮ ਸਾਨੂੰ ਇੱਥੇ ਸਿਖਾਉਣ ਦੀ ਕੋਸ਼ਿਸ਼ ਕਰਨ ਡਿਆ ਵੇ ਕਿ ਖੁਦਾ ਦੀ ਆਪਣੀ ਜਹਾਨ ਨਾਲ ਖੁਦਾ ਨੇ ਇੰਨੀ ਮੁਹੱਬਤ ਕੀਤੀ। ਖੁਦਾ ਨੇ ਆਪਣਾ ਨਿਜ਼ਾਮ, ਸਿਸਟਮ ਜ਼ਮੀਨ ਦੇ ਉੱਤੇ ਕਾਇਮ ਕੀਤਾ ਤਾਂ ਕਿ ਖੁਦਾ ਦੀ ਬਾਦਸ਼ਾਹੀ ਜ਼ਮੀਨ ਤੇ ਕਾਇਮ ਹੋਏ। ਇਸੇ ਲਈ ਅਸੀਂ ਦੁਆ ਰਬਾਨੀ ਪੜ੍ਹਦੇ ਹਾਂ ਕਿ ਜਿਵੇਂ ਤੇਰੀ ਮਰਜ਼ੀ ਅਸਮਾਨ ਤੇ ਪੂਰੀ ਹੁੰਦੀ, ਉਂਝ ਕਿੱਥੇ ਹੋਵੇ? ਜ਼ਮੀਨ ਤੇ ਵੀ ਹੋਵੇ। ਸੋ ਅਰਥ ਇਜ਼ ਦਾ ਐਵਰੀ ਇੰਚ ਜ਼ਮੀਨ ਦਾ ਉਹ ਖੁਦਾ ਦੀ ਅੱਖਾਂ ਦੇ ਅੱਗੇ ਰਹਿੰਦਾ ਵੇ। ਨੋਜ਼ ਐਵਰੀਥਿੰਗ। ਠੀਕ ਹੈ ਜੀ। ਓਕੇ, ਸੋ ਅਸੀਂ ਵੇਖਦੇ ਜੀ ਕਿ ਖੁਦਾ ਜਦੋਂ ਜ਼ਾਇਨ ਦਾ ਖੁਦਾ ਜਦੋਂ ਉਹਨੂੰ ਕੰਟਰਾਸਟ ਦਿੰਦਾ ਵੇ तो खुदा अपना निज़ाम कायम करता वे। इसलिए कहते हैं कि खुदावन चूँकि इट्स अ प्रोफेसी नाउ कि खुदावन तेरे खैमा जो तू लाएगा, और वो खैमा असी वेने वो खैमा जो यूहन्ना इंजील पहला बाब और 12वीं आयत की दसदी है कि हमने खुदा का ऐसा जलाल देखा जैसा बाप के इकलौते का जलाल। और की लिखा वे 1:14 कि मैं पढ़ देना, मैं गलती ना करा। यूहन्ना इंजील पहला बाब और वो जो 12वीं आयत जरा वेखो जी की है। हाँ, 14वीं आयत, और कलाम मुजस्सम हुआ और फजल और सच्चाई से मामूर होकर हमारे दरमियान, यानी इंसाना के दरमियान खुदा ने अपना खैमा किथे ला लिया? इंसाना के दरमियान। ठीक है। दैट इज एक्चुअली जो इतने ग्रीक वर्ड है ना, इतने ग्रीक वर्ड है द वर्ड इनकारनेटेड एंड फुल विद ट्रुथ एंड ग्रेस एंड डवेल अमंग अस। डवेल। ठीक है। ਜਿਹੜਾ ਲਫ਼ਜ਼ ਉੱਥੇ ਇਸਤੇਮਾਲ ਹੈ ਨਾ, ਖੁਦਾਵੰ ਤੇਰੇ ਖੈਮੇ ਵਿੱਚ ਕੌਣ ਰਹੇਗਾ? ਸੋ ਐਕਚੁਅਲੀ ਇਟਸ ਰਿਵਰਸਿੰਗ ਨਾਓ, ਕਿਉਂਕਿ ਹੁਣ ਤੁਹਾਨੂੰ ਓਲਡ ਟੈਸਟਾਮੈਂਟ ਪੈਟਰਨ ਦੇ ਵਿੱਚ ਉੱਤੇ ਜਾਣ ਦੀ ਲੋੜ ਕੋਈ ਨਹੀਂ। ਥਰੂ ਦ ਡੇ ਆਫ ਪੈਂਤੀਕੋਸ ਖੁਦਾ ਦਾ ਖੈਮਾ, ਖੁਦਾ ਦੀ ਹੈਕਲ, ਖੁਦਾ ਦੀ ਪ੍ਰੈਜ਼ੈਂਸ ਥਰੂ ਦਾ ਹੋਲੀ ਸਪਿਰਿਟ ਉਹ ਕਿੱਥੇ ਵੇ ਹੁਣ? ਉਹ ਖੁਦਾ ਦੀ ਕਲੀਸਿਆ ਦੇ ਵਿੱਚ। ਸੋ ਖੁਦਾ ਉੱਥੇ ਵਾਸਤਾ। ਕਿਆ ਤੁਮ ਨਹੀਂ ਜਾਣਤੇ, ਪੌਲੁਸ ਰਸੂਲ ਕਹਿੰਦਾ ਵੇ, ਤੁਮ ਜ਼ਿੰਦਾ ਖੁਦਾ का मकदस हो क्योंकि खुदा का रूह तुम में बसा हुआ है। So now it's the reverse order.
ਪੁਰਾਣੇ ਆਰਡਰ ਦੇ ਵਿੱਚ ਹਰ ਬੰਦੇ ਨੂੰ ਉੱਤੇ ਜਾਣਾ ਪੈਂਦਾ ਸੀ, ਹਰ ਬੰਦੇ ਨੂੰ ਪਹਾੜ ਤੇ ਚੜ੍ਹਨਾ ਪੈਂਦਾ ਸੀ, ਹਰ ਬੰਦੇ ਨੂੰ ਖੁਦਾ ਮਖਸੂਸ ਜਗ੍ਹਾ ਲਈ ਬੁਲਾਉਂਦਾ ਸੀ। ਲੇਕਿਨ ਆਫਟਰ ਡੇ ਆਫ ਪੈਂਟੀਕੋਸਟ, ਆਫਟਰ ਦ ਬਰਥਡੇ ਆਫ ਦ ਚਰਚ, ਦ ਨਿਊ ਵਰਲਡ ਆਰਡਰ, ਐਵਰੀਥਿੰਗ ਇਜ਼ ਨਾਓ ਔਨ ਦ ਅਰਥ ਅਮੰਗ ਦ ਚਰਚ। ਖੁਦਾ ਨੇ ਅਥਾਰਟੀ, ਪਾਵਰ, ਇਖਤਿਆਰ, ਪ੍ਰੈਜ਼ੈਂਸ, ਪਲਾਨ, ਸਾਲਵੇਸ਼ਨ ਦਾ ਪਲਾਨ ਕਿਹਨੂੰ ਦਿੱਤਾ ਵੇ? ਅਥਾਰਟੀ ਚਰਚ ਦੇ ਕੋਲ ਆ ਗਈ ਹੈ। ਨਾਓ ਦ ਕਲੀਸੀਆ, that's the body of Christ, that's the ਪਰਬਤ now, that is the mountain ਜਿੱਥੇ ਖੁਦਾ ਕਹਿੰਦਾ ਵੇ ਕਿ ਤੁਸੀਂ ਵਸੋਗੇ ਹੁਣ through the grace of Jesus Christ। ਠੀਕ ਹੈ ਜੀ ਨਾ। ਹੁਣ ਅਸੀਂ ਆਉਂਦੇ ਹਾਂ ਜਦੋਂ ਇਹ ਜਿਹੜਾ ਖੁਦਾ ਦਾ ਖੈਮਾ, ਖੁਦਾ ਦਾ ਜਿਹੜਾ ਬੰਦਾ ਦੱਸਦਾ ਪਿਆ, ਇਹਦਾ ਰਿਜ਼ਲਟ ਕਿਵੇਂ ਪਤਾ ਲੱਗਦਾ ਵੇ? ਕਿਵੇਂ ਪਤਾ ਲੱਗਦਾ ਵੇ ਕਿ ਬੰਦਾ ਖੁਦਾ ਦੀ ਹਜ਼ੂਰੀ ਜਾਂ ਖੁਦਾ ਦੀ ਹਜ਼ੂਰੀ ਵਿੱਚ ਵਸਣ ਡਈ ਹੈ? ਠੀਕ ਹੈ ਨਾ, through our interaction with human beings। ਠੀਕ ਹੈ, 10 ਕਮਾਂਡਮੈਂਟ ਦੇ ਵਿੱਚੋਂ ਜਿਹੜੇ ਪਹਿਲੇ 5 ਹੁਕਮ ਸਨ ਨਾ, ਪਹਿਲੇ 4 ਹੁਕਮ ਜਿਹੜੇ ਹਨ ਜਿਹਦਾ ਤਾਲੁਕ ਖੁਦਾ ਦੀ ਜ਼ਾਤ ਦੇ ਨਾਲ ਸੀ, ਉਹ ਤੇ ਦਾਊਦ ਨੇ ਉੱਤੇ ਪਹਿਲੀ ਆਇਤ ਦੇ ਵਿੱਚ ਹੀ ਖਤਮ ਕਰਤੇ ਨੇ। ਖੁਦਾਵੰਦ ਕੌਣ ਰਹੇਗਾ ਤੇਰੀ ਹਜ਼ੂਰੀ, ਤੇਰੇ ਮਕਦਸ ਦੇ ਵਿੱਚ? ਕਿਉਂ? ਜਿਹਨੂੰ ਤੂੰ ਚੁਣੇਗਾ, ਜਿਹਦੇ ਕੋਲ ਤੇਰਾ ਰੂਹ ਕੰਮ ਕਰਦਾ ਹੋਏਗਾ। ਹੀ ਵਿਲ ਅਬਾਈਡ ਇਨ ਯੂ, ਹੀ ਵਿਲ ਬੀ ਸਟੇਇੰਗ ਪ੍ਰੈਜ਼ੈਂਟ ਇਨ ਯੂ। ਨਾਓ ਉਹਦਾ ਫਰੂਟ ਕੀ ਹੋਏਗਾ? ਠੀਕ ਹੈ, ਉਹਦਾ ਫਰੂਟ ਇਹ ਹੋਏਗਾ, ਮੈਂ ਇੱਕ ਜਗ੍ਹਾ ਪੜ੍ਹਿਆ ਵੈਸੇ ਬਾਏ ਦਾ ਵੇ, ਜਿੰਨੇ ਲੋਕ ਸਾਡੇ ਪੈਂਤੀਕੋਸਟਲ ਕੈਰਿਜ਼ਮੈਟਿਕ ਦੋਸਤ ਜਿਹੜੇ ਨਾ, ਉਹ ਕੀ ਕਹਿੰਦੇ ਨੇ, ਬੇਗਾਨਾ ਜ਼ਬਾਨ 'ਤੇ ਬੜਾ ਜ਼ੋਰ ਦਿੰਦੇ ਨੇ, ਐਵੇਂ ਲੋਕੀ ਮਤਲਬ ਪਤਾ ਨਹੀਂ ਕੀ ਦਿਮਾਗੀ ਹਾਲਤ ਹੋਈ ਹੁੰਦੀ ਹੈ, ਬੋਲੀ ਹੋਣਗੇ ਸਮਝ ਉਹਨਾਂ ਨੂੰ ਆਉਂਦਾ ਕੋਈ ਮੈਂ ਕੀ ਬੋਲਣਾ। ਅਤੇ ਉਹ ਖੁਦਾ ਦਾ ਇੱਕ ਬੰਦਾ ਬੜੀ ਅੱਛੀ ਗੱਲ ਕਰਦਾ ਵੇ, ਉਹ ਕਹਿੰਦਾ ਜੀ ਕਿ ਬੇਗਾਨਾ ਜ਼ੁਬਾਨ ਵਿੱਚ ਬੋਲਣਾ ਜਿਹੜਾ ਵੇ ਉਹ ਤਾਂ ਚਲੋ ਖੁਦਾ ਦੇ ਰੂਹ ਦੀ ਪਹਿਚਾਣ ਹੋ ਸਕਦੀ ਹੈ, ਲੇਕਿਨ ਜ਼ੁਬਾਨ ਨੂੰ ਕਿਹੜੇ ਵੇਲੇ ਕਿੱਥੇ ਬੋਲਣਾ ਵੇ ਔਰ ਕਿਵੇਂ ਬੋਲਣਾ ਵੇ, ਇਹ ਖੁਦਾ ਦੇ ਰੂਹ ਦਾ ਫਰੂਟ ਹੈ। ਸੋ ਫਰੂਟ ਨਜ਼ਰ ਆਉਣਾ ਚਾਹੀਦਾ ਐਕਚੁਅਲੀ। ਠੀਕ ਹੈ ਨਾ, ਨਿਰਾ ਲੋਕਾਂ ਨੂੰ ਸਪਿਰਿਚੁਅਲੀ ਨਾ ਮੈਨੀਪੂਲੇਟ ਕਰੀ ਜਾਓ ਕਿ ਮੈਂ ਮਾਰ ਆਪਣਾ ਜ਼ਬਾਨਾ ਬੋਲ ਆਪੇ ਵੀ ਨਹੀਂ ਸਮਝ ਆਉਂਦੀ। ਦੈਟਸ ਐਕਚੁਅਲੀ ਡਿਸਟੋਰਟਡ ਥਿਓਲੋਜੀ ਹੈ। ਔਰ ਬਹੁਤ ਸਾਰੇ ਸਾਡੇ ਪੈਂਤੀਕੋਸਟਲ ਕੈਰਿਜ਼ਮੈਟਿਕ ਦੋਸਤ ਜਿਹੜੇ ਨੇ ਉਹ ਆਪਣੀ ਇਸ ਥਿਓਲੋਜੀ ਨੂੰ ਰੀਵਿਜ਼ਿਟ ਕਰ ਰਹੇ ਨੇ ਕਿ ਜਿਹੜੇ ਸਿਰਫ ਬੇਗਾਨਾ ਜ਼ੁਬਾਨ ਨੂੰ ਅਟੈਚ ਕਰਦੇ ਨੇ ਹੋਲੀ ਸਪਿਰਿਟ ਦੀ ਪ੍ਰੈਜ਼ੈਂਸ ਦੇ ਨਾਲ ਔਰ ਉਹਦੇ ਬੈਪਟਿਜ਼ਮ ਦੇ ਨਾਲ। ਦੇ ਆਰ ਰੀਵਿਜ਼ਿਟਿੰਗ, ਦੇ ਆਰ ਚੇਂਜਿੰਗ ਇਟ। ਉਹ ਕਹਿੰਦੇ ਨੇ ਕਿ ਦੈਟ ਵਾਜ਼ ਡਿਸਟੋਰਟਡ ਥਿਓਲੋਜੀ। ਸੋ ਅਸੀਂ ਇਹ ਵੇਖਦੇ ਹਾਂ ਜੀ ਕਿ ਖੁਦਾ ਦਾ ਬੰਦਾ ਦਾਊਦ ਇੱਥੇ ਦੱਸਦਾ ਵੇ ਕਿ ਤੇਰੇ ਖੈਮੇ ਔਰ ਤੇਰੀ ਮਕਦਸ ਪਹਾੜ ਤੇ ਕੌਣ ਰਹੇਗਾ? हेयर यू गो नाउ। पहली चीज, दूसरी आयत, वो जो रास्ती से चलता और सदाकत के काम करता है और दिल से की बोलता है जी, सच बोल रहा है। ओके, सो द फर्स्ट फ्रूट, द फर्स्ट साइन of living in God's presence is your speech। बोलचाल, गुफ्तगू, नशिस्तन बर्खास्तन, नशिस्त के हो जाइए, बर्खास्त के हो जाइए, गुफ्तगू के हो जाइए। द फर्स्ट फ्रूट इज योर स्पीच। ठीक है जी, सच और दिल तो सच बोलना। ठीक है, पब्लिक दे विच आके डुअल लाइफ नहीं होंदी, प्राइवेट या पर्सनल लाइफ कुछ और नहीं होंदी, सेम एवरीवेयर। ठीक है, नंबर 2 अगेन, तीसरी आयत, फिर वो अपनी जुबान से बोहतान नहीं बांधता और अपने दोस्त से बदी नहीं करता और अपने हमसाए की बदनामी नहीं सुनता। ओके जी, नाउ एयर्स आ गए, ऑल 5 सेंसेस। एक तो जुबान, स्पीच, और बाद सुनना, व्हाट वी आर हियरिंग, व्हाट वी आर डीलिंग विद। सो तुसीं वेखण दे हो ਇਹਦਾ ਤਾल्लुक है कितने भी ਪ੍ਰਸਤਸ਼ ਦੇ ਨਾਲ ਤੇ ਦੁਆਵਾਂ ਦੇ ਨਾਲ ਤੇ ਕੁਰਬਾਨੀਆਂ ਦੇ ਨਾਲ। ਕੈਨ ਯੂ ਸੀ ਦੈਟ? ਨੋ। ਸੋ ਐਕਚੁਅਲੀ ਦਿਸ ਇਜ਼ ਕ੍ਰਿਸਚੀਅਨ ਕੈਰੈਕਟਰ। ਔਰ ਬੜੀ ਅਫਸੋਸ ਦੇ ਨਾਲ ਕਹਿਣਾ ਪੈਂਦਾ ਸਾਨੂੰ, ਮੋਸਟਲੀ ਕ੍ਰਿਸਚੀਅਨਸ ਆਰ ਕਰੈਕਟਰਲੈਸ। ਉਹਨਾਂ ਦੀ ਗਵਾਹੀ, ਉਹਨਾਂ ਦੀ ਗੁਫ਼ਤਗੂ, ਉਹਨਾਂ ਦਾ ਮਿਲਣਾ ਜੁਲਣਾ, ਉੱਠਣਾ ਬਹਿਣਾ, ਮੋਸਟਲੀ ਇਟ ਇਜ਼ ਕਰੈਕਟਰਲੈਸ। ਨਾ ਸਿਰਫ ਹੈ ਬਲਕਿ ਜਿਹੜੇ ਲੀਡਰਸ਼ਿਪ ਹੈ, ਔਰ ਲੀਡਰਸ਼ਿਪ ਹਰ ਦੌਰ ਦੇ ਵਿੱਚ ਇੰਝ ਰਹੀ ਹੈ। ਯਿਰਮੀਆ ਨਬੀ ਦਾ ਸਿਫਾ ਪੜ੍ਹ ਲਓ, ਯਸਾਇਆ ਨੂੰ ਖੋਲ੍ਹ ਲਓ, ਤੁਸੀਂ ਕਿਸੇ ਵੀ ਜਗ੍ਹਾ ਦੇ ਵਿੱਚ ਚਲੇ ਜਾਓ, ਯਿਸੂ ਮਸੀਹ ਦੇ ਦੌਰ 'ਚ ਵੇਖ ਲਓ, ਜਿੰਨੇ ਲੋਕ ਪਾਵਰ ਦੇ ਵਿੱਚ ਹੋਣਗੇ, ਜਿੰਨੇ ਲੋਕ ਪੋਜੀਸ਼ਨਾਂ 'ਤੇ ਹੋਣਗੇ, ਉਹਨਾਂ ਵਾਸਤੇ ਮੈਂ ਇੱਕ ਕੁਆਇਨ ਕੀਤੀ, ਇੱਕ ਗਾਣਾ ਸੁਣ ਕੇ। ਉਹ ਗਾਣਾ ਮੇਰੇ ਬੱਚੇ ਅੱਜ ਕੱਲ੍ਹ ਸੁਣਨ ਰਹੇ ਹਨ। ਉਹ ਗਾਣੇ ਦਾ ਬੋਲ ਸੀ, ਇੰਗਲਿਸ਼ ਗਾਣਾ ਸੀ, ਕ੍ਰਿਮੀਨਲ ਅੰਡਰ ਕਵਰ। ਠੀਕ ਹੈ, ਉਹ ਗਾਣੇ ਦਾ ਟਾਈਟਲ, ਉਹਦੇ ਵਿੱਚ ਇੱਕ ਬੋਲ ਹੁੰਦਾ, ਕ੍ਰਿਮੀਨਲ ਅੰਡਰ ਕਵਰ। ਠੀਕ ਹੈ, ਤੇ ਮੈਂ ਔਰ ਤੂੰ ਇਹ ਗੱਲ ਸਿੱਖੀਏ ਕਿ ਐਕਚੁਅਲੀ ਸਾਡੇ ਚਰਚ ਲੀਡਰਸ਼ਿਪ ਬਹੁਤ ਸਾਰੇ ਲੋਕ ਐਸੇ ਨੇ ਦੁਨੀਆ ਦੇ ਵਿੱਚ ਜਿਹੜੇ ਲੋਕੀ ਪੋਜੀਸ਼ਨ ਵਿੱਚ ਨੇ, ਪਾਵਰ ਵਿੱਚ ਨੇ, ਔਰ ਪੋਜੈਸ਼ਨ ਉਹਨਾਂ ਦੇ ਕੋਲ ਹੈ। ਦੇ ਆਰ ਕ੍ਰਿਮੀਨਲਸ ਅੰਡਰ ਕਲਰਜੀ ਕਾਲਰ, CCC, criminals under clergy collar। So where are we standing? जो दिल से सच बोलता है,
बुहतान नहीं बांधता, अपने दोस्त से बदी नहीं करता, अपने हमसाए की बदनामी नहीं सुनता। ठीक है। और पंजाबी चौथी आयत जरा पढ़ो जी की है, क्योंकि इतने ना ना फारसी का लफ्ज यूज किया वे, कई साढ़े उर्दू पढ़ने वाला समझ नहीं आता लफ्ज का मतलब की है। पंजाबी पढ़ो, तो सादा जो लोग सुन सुनो जरा चौथी आयत की कह रही है। जे दियां अखां विच खोटा मनुख तुच्छ है, क्या पर वाह, क्या यहोवा पंजाबी है तो जी। भय कर है खोटा मुनक टुच नहीं, तुच्छ 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 नहीं, तुच्छ। अच्छा तुच्छ हाँ जी, मतलब हकीर, हाँ इत्थे जी, लिखिਆ ਵੇ फकीर है, हाँ मतलब जी, ਜਿਹੜਾ हाँ जी। ਲੁੱਚੇ ਨੂੰ ਉੱਚਾ ਨਹੀਂ ਸਮਝਦਾ। ਠੀਕ ਹੈ ਨਾ। ਸਾਡੇ ਪੰਜਾਬੀਆਂ ਚ ਕਹਿੰਦੇ ਜਿੱਡਾ ਲੁੱਚਾ ਓਡਾ ਹੀ ਉੱਚਾ। ਉਹਨਾਂ ਹੀ ਉੱਚਾ। हाँ। सो बाइबल की कह रही है कि बाइबल कह रही है दाऊद याद दिलान दिया वे कि ਜਿਹੜਾ ਖੋਟਾ ਆਦਮੀ ਹੈ ਉਹ ਉਹਨੂੰ ਖੋਟਾ ਹੀ ਸਮਝਦਾ ਹੈ, ਉਹ ਲੁੱਚੇ ਨੂੰ ਲੁੱਚਾ ਹੀ ਸਮਝਦਾ ਹੈ, ਲੁੱਚੇ ਨੂੰ ਉੱਚਾ ਨਹੀਂ ਬਣਾਉਂਦਾ। ठीक है। जो खुदावन से डरते, कंट्रास्ट किए, पर जो खुदावन से डरते हैं उनकी क्या करता है, उन्हों की इज्जत करता है। ठीक है। अगेन इधर ही अगले आखिरी आयत कहते हैं, वो जो कसम खाकर बरलता नहीं, खा नुकसान ही उठाए, द मैन ऑफ द वर्ड, द मैन ऑफ अ करैक्टर एंड इंटैग्रिटी, जिहड़ी गल जुबान तो और उन्हें गल का वादा प्रॉमिस कर दिता, पत्थर ते लकीर है, भावें नुकसान चुक ले। यानी अंदाजा करो कि इंसानां दे नाल रवैये नूं खुदा ने किवें बयान किया। दाऊद इत्थे कह रहा है खुदा दे खैमे चो बंदा वसेगा, तो खुदा दे मामला तो बड़ी दूर की गल है। सो पंजवीं आयत जिहड़ी है ना, वो सानूं दस्सण दी है जी, दैट्स इकोनॉमी मनी, दैट्स वेरी इंपॉर्टेंट, क्योंकि किंगडम वर्क मनी मेक्स द मेयर रन, वी नो दैट। तो खुदा की खिदमत, खुदा की बादशाही, खुदा का काम जिहड़ा वे, खुदा ਉਹਦੇ ਲਈ ਜਿਹੜੀ ਇਕਨੋਮੀ, although God doesn't need our money, but that is our participation, that's our invitation, and that's our way of thanksgiving। खुदावन तू सानू इन्ना कुछ दिता वे, now this is our part to you। ठीक है। जो अपना रुपया सूद पर नहीं देता, सोशल स्टैंडिंग ਉਹਦੀ की है, बेगुनाह के खिलाफ रिश्वत नहीं लेता, ऐसा काम करने वाला कभी जुम्बश ना, मतलब उन्होंने खौफ नहीं होएगा, हिलेगा नहीं, हो भावें दुनिया च कुछ भी हो जाए। ठीक है जी। तो असी मेरे जीजो वेने आ कि खुदा दा पहाड़ और खुदा दे खैमे च जिहड़ा टैबरनैकल असां वेख्या वे, जिहड़ा खुदा दा परबत है खुदा दे मकदस उत्ते, वो असीं वेने आ कि किहड़ा बंदा रहेगा। अच्छा दिलचस्प गल वेखो, जबूर नंबर 15 दी सेम रैपुटेशन तुहानूं जबूर 24 च नजर आएगी। जरा जबूर 24 वेखो। तीसरी आयत तो पढ़ो जी जरा, तीसरी तो यहोवा दे पहाड़ उत्ते कौन चढ़ेगा अते उस दे पवित्र स्थान विच कौन खड़ा होवेगा। हाँ जी, चौथी पंजवीं। उस नूं यहोवा वल्लों बरकत अते अपने मुक्तिदाते परमेश्वर कोलों धर्म मिलेगा। हाँ जी, पंजवीं आयत तक पढ़ो। उस नूं यहोवा वल्लों बरकत अते अपने मुक्तिदाते परमेश्वर कोलों धर्म मिलेगा। ओके, थैंक यू। चौथी आयत सी, वही आदमी जिसके हाथ साफ है, जिसका दिल साफ है, जिसने झूठ पर दिल नहीं लगाया, मकर से कसम नहीं खाई। ओके जी। तो वेखण दे सेम जबूर, सेम रेजोनेट हो रहा है, सेम गल्लां। ठीक है। सो एक्चुअली खुदा दा परबत, खुदा दा पहाड़ जिहड़ा वे, ਉਹ ਉਦੋਂ ਪਤਾ ਲੱਗਦਾ ਵੇ ਕਿ ਅਸੀਂ ਖੁਦਾ ਦੇ ਪਹਾੜ ਤੇ ਰਹਿਣ ਡਏ ਹਾਂ, ਜਾਂ ਖੁਦਾ ਦਾ ਪਹਾੜ ਸਾਡੇ ਅੰਦਰ ਰਹਿਣ ਡਿਆ ਵੇ, ਜਾਂ ਖੁਦਾ ਦਾ ਖੈਮਾ ਅਸੀਂ ਬਣ ਗਏ ਹਾਂ। ਉਦੋਂ ਵਿੱਚ ਇਟਸ ਅ ਮੈਟਾਮੋਰਫਿਜ਼ਮ ਦਾ ਮਤਲਬ ਹੈ ਵੇ ਕਿ ਅਸੀਂ ਤਬਦੀਲ ਹੋ ਜਾਂਦੇ ਹਾਂ, ਸਾਡੀ ਜਿਹੜੀ ਹੈ ਨਾ ਮੋਰਫੋਸਿਸ ਹੋ ਜਾਂਦਾ ਵੇ। ਠੀਕ ਹੈ। ਮੋਰਫੋਸਿਸ ਦਾ ਮਤਲਬ ਹੈ ਵੇ ਕਿ ਅਸੀਂ ਟਰਾਂਸਫਾਰਮ ਹੋ ਜਾਂਦੇ ਹਾਂ। ਸੋ ਐਕਚੁਅਲੀ ਖੁਦਾ ਦਾ ਖੈਮਾ ਅਸੀਂ ਕਦੋਂ ਬਣਨੇ ਆ, ਰਾਦਰ ਦੈਨ ਕਿ ਅਸੀਂ ਖੁਦਾ ਦੇ ਖੈਮੇ ਦੇ ਚੜੀਏ, ਵੀ ਟਰਾਂਸਫਾਰਮ ਇਨਟੂ ਗॉड्स टैबरनैकल। ओके। क्योंकि तुम नहीं जानते खुदा का रूह तुम में बसा हुआ, तुम खुदा का मकदस हो। ओके जी। सो लोकी अट्रैक्ट किवें होंगे? सो आखिरी वाला एक पढ़ांगे, देन वी विल फिनिश दैट। और वो यसाया दूसरा बाब पढ़ो जी जरा। यसाया सेकंड चैप्टर से ना हवाला साडा। हाँ जी, यशाया दी किताब दा दूसरा अध्याय 1 ਤੋਂ 3 तक। हाँ जी। आमोस दे पुत्र यशाया दी गल जिहड़ी उसने यहूदा ते यरूशलेम दे विखे वेखी
ਆਖਰੀ ਦਿਨਾਂ ਦੇ ਵਿੱਚ ਆਉਂ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ। ਬਹੁਤੀਆਂ ਉਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ ਅਸੀਂ ਯਹੋਵਾ ਦੇ ਪਰਬਤ ਉੱਤੇ ਯਾਕੂਬ ਦੇ ਪਰਮੇਸ਼ਵਰ ਦੇ ਭਵਨ ਵੱਲ ਚੜੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ ਅਤੇ ਅਸੀਂ ਉਸ ਦੇ ਮਾਰਗਾਂ ਵਿੱਚ ਚਲੀਏ, ਕਿਉਂ ਜੋ ਵਿਵਸਥਾ ਸਿਯੋਨ ਤੋਂ ਨਿਕਲੇਗੀ ਅਤੇ ਯਹੋਵਾ ਦਾ ਬਚਨ ਯਰੂਸ਼ਲਮ ਤੋਂ। Here you go. Okay ਜੀ, and this is the prophecy about the church. ਅਖੀਰ ਦਿਨਾਂ ਚ ਇੰਜ ਪਏ, ਠੀਕ ਹੈ। This is referring to the church. ਔਰ ਅਗਰ ਚਰਚ ਦੀ ਲੀਡਰਸ਼ਿਪ ਔਰ ਕਲੀਸਿਆ ਦੇ ਲੋਕ ਅਗਰ ਉਹ ਸ਼ਹਿਰ ਨਹੀਂ ਬਣਦੇ ਜਿਹੜਾ ਹਿਲ ਤੇ ਵੇ, ਜਿਹੜਾ ਸ਼ਹਿਰ ਪਹਾੜ ਤੇ ਵਸਿਆ ਵੇ, ਠੀਕ ਹੈ, ਤੇ ਮੇਰੇ ਜੀਜ਼ੋ, then our light will not shine. That's the challenge. ਅਸੀਂ ਖੁਦਾ ਦਾ ਖੈਮਾ ਬਣ ਜਾਂਦੇ ਹਾਂ, ਅਸੀਂ ਖੁਦਾ ਦੇ ਪਹਾੜ ਦੇ ਵਿੱਚ ਤਬਦੀਲ ਹੋ ਜਾਂਦੇ ਹਾਂ ਉਦੋਂ ਜਦੋਂ ਖੁਦਾ ਦਾ ਰੂਹ ਔਰ ਖੁਦਾ ਦਾ ਮਕਦਸ ਸਾਡੇ ਅੰਦਰ ਵਸਦਾ ਵੇ। ਖੁਦਾ ਸਾਨੂੰ ਸਾਰਿਆਂ ਨੂੰ ਇਸ ਮਕਦਸ ਔਰ ਇਸ ਟੈਬਰਨੈਕਲ ਦੀ ਟ੍ਰਾਂਸਫਰਮੇਸ਼ਨ ਦੇ ਵਿੱਚ ਸ਼ਾਮਲ ਕਰੇ। ਆਮੀਨ। ਆਮੀਨ। ਥੈਂਕ ਯੂ ਪਾਸਟਰ ਜੀ। ਮੈਂ ਹੁਣ ਇਨਵਾਈਟ ਕਰਾਂਗੀ ਅੰਕਲ ਜੋਸ਼ੂਆ ਨੂੰ ਕਿ ਉਹ ਸਾਡੇ ਸਾਰਿਆਂ ਨਾਲ ਆਪਣੇ ਸਵਾਲ ਤੇ ਆਪਣੀ ਕਮੈਂਟਰੀ ਸ਼ੇਅਰ ਕਰਨ। ਮੈਂ ਇਸ ਤੋਂ ਇਹ ਸਿੱਖਿਆ ਕਿ ਅਸੀਂ ਆਪਣੇ ਆਪ ਨੂੰ ਜਿਹੜਾ ਕ੍ਰਿਸਚਨ ਖਵਾਉਣਾ ਜਿਹੜਾ ਨਾ ਇਹ ਬੜਾ ਸੌਖਾ ਹੈ, ਵਿਸਾਈ ਖਵਾਉਣਾ, ਮਗਰ ਇਹ ਆ ਵੀ ਉਹਦੇ ਉੱਤੇ ਚੱਲਣਾ ਜਿਹੜਾ ਨਾ ਉਹ ਬਹੁਤ ਹੀ ਮੁਸ਼ਕਿਲ ਆ। ਖਾਸ ਤੌਰ ਤੇ ਇਹਨਾਂ ਗੱਲਾਂ ਦਾ ਚੁਗਲੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਮਗਰ ਇਹ ਆ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨੂੰ ਕਰਦੇ ਰਹਿੰਦੇ ਹਾਂ। ਤੇ ਕਈ ਵਾਰੀ ਅਸੀਂ ਕਿਸੇ ਦੀ ਚੁਗਲੀ ਕਰਦੇ ਹਾਂ ਤੇ ਬੜੀ ਆਪਣੇ ਆਪ ਦੇ ਵਿੱਚ ਸ਼ਾਨ ਸਮਝਦੇ ਹਾਂ ਵੀ ਅਸੀਂ ਉਸ ਹਿਸਾਬ ਦੇ ਨਾਲ ਉਸ ਗੱਲ ਨੂੰ ਕਰਦੇ ਹਾਂ। ਮੈਂ ਇਹਦਾ ਥੀਮ ਇਹ ਲਿਆ, ਦਾ ਗਾਈਡਲਾਈਨਸ ਫਾਰ ਲਿਵਿੰਗ ਏ ਬਲੇਮਲੈਸ ਲਾਈਫ। ਉਹਦੀ ਤੀਸਰੀ ਤੇ ਚੌਥੀ ਆਇਤ ਤੋਂ, words are powerful and how you use them reflects on your relationship with God. Perhaps nothing so identifies Christians as their ability to control their speech, speaking the truth, refusing to slander, and keeping promises. Watch out for what you say, for more on the importance of controlling your tongue. God was against the Jewish charging interest, making profit on loans to needy. Interest was allowable for business purposes. Some people are so obsessed with the money, they will change their God's standards and a lifestyle to get it. If money is the controlling force in your life, it must be curbed out, or it will harm others and destroy your relationship with the God. God's call his people to be morally upright. And in this psalm, he gives us 10 standards to determine how we are doing. Our standards for living should not come from our evil society, but from God. That's it. Thank you, Uncle Ji. मैं ਹੁਣ ਇਨਵਾਈਟ ਕਰਦੀ ਆਂਟੀ ਜੋਤੀ ਨੂੰ ਕਿ ਉਹ ਵੀ ਆਪਣੇ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਪਰ ਫਿਰ ਸਾਰਿਆਂ ਨੂੰ ਜੈ ਮਸੀਹ ਦੀ। ਇਸ ਜ਼ਬੂਰ ਦੇ ਵਿੱਚ ਬਹੁਤ ਘੱਟ ਆਇਤਾਂ ਨੇ, ਪਰ ਜਿਸ ਤਰ੍ਹਾਂ ਇਸ ਦੇ ਵਿੱਚ ਦਾਊਦ ਨੇ ਜ਼ਾਹਿਰ ਕੀਤਾ ਹੈ ਕਿ ਆਦਰਸ਼ ਮਨੁੱਖ ਦੇ ਲਈ ਉਸਨੇ ਇਹ ਜ਼ਬੂਰ ਲਿਖਿਆ ਹੈ। ਔਰ ਉਸਨੇ ਇੱਕ ਪਹਿਲੀਆਂ 2 ਆਇਤਾਂ ਦੇ ਵਿੱਚ ਤਾਂ ਉਸਨੇ ਪ੍ਰਭੂ ਦੇ ਅੱਗੇ ਬੇਨਤੀ ਕੀਤੀ, ਕਿਹਾ ਹੈ ਕਿ ਹੇ ਪ੍ਰਭੂ ਤੇਰੇ ਮੰਦਿਰ ਵਿੱਚ ਕੌਣ ਠਹਿਰ ਸਕਦਾ। ਉਸਨੇ ਕਿਹਾ ਕਿ ਕੌਣ ਲੋਕੀ ਹੈ ਜਿਹੜੇ ਤੈਨੂੰ ਪਸੰਦ ਹਨ, ਉਹ ਕੌਣ ਠਹਿਰ ਸਕਦਾ ਹੈ। ਇਹ ਸਾਰਾ ਜ਼ਬੂਰ ਜਿਸ ਤਰ੍ਹਾਂ ਖੁਦਾਵੰਦ ਨੇ ਆਪਣੇ ਲੋਕਾਂ ਨੂੰ ਬਣਾਇਆ, ਉਸਨੇ ਆਪਣੇ ਲਈ ਬਣਾਇਆ, ਆਪਣੀ ਪ੍ਰਸਤਿਸ਼ ਕਰਨ ਲਈ, ਆਪਣੇ ਕੰਮਾਂ ਦੇ ਲਈ। ਔਰ ਜਿਸ ਤਰ੍ਹਾਂ ਦਾ ਅੱਜ ਕੱਲ ਚੱਲ ਰਿਹਾ ਹੈ ਕਿ ਅੱਜ ਕੱਲ ਕੁਛ ਹੈ ਨਹੀਂ ਉਸ ਤਰ੍ਹਾਂ ਦਾ ਕਿ ਪ੍ਰਭੂ ਨੂੰ ਸਾਫ਼ ਦਿਲ ਵਾਲੇ ਲੋਕ ਪਸੰਦ ਹਨ। ਜਿਸ ਤਰ੍ਹਾਂ ਹੁਣ ਬਹੁਤ ਸਾਰਾ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਕਿ ਲੋਕ ਬੁਰਾਈ ਦੇ ਵਿੱਚ ਹਨ, ਲੋਕ ਇੱਕ ਦੂਸਰੇ ਦੀਆਂ ਗੱਲਾਂ ਦੇ ਵਿੱਚ। ਔਰ ਉਸਨੇ ਇਹ ਕਿਹਾ ਹੈ ਕਿ ਖੁਦਾਵੰਦ ਉਹ ਤੈਨੂੰ ਲੋਕ ਪਸੰਦ ਨਹੀਂ ਜਿਹੜੇ ਬੁਰਾਈ ਕਰਦੇ ਹਨ ਔਰ ਜੋ ਸਿੱਧੇ ਰਾਹਾਂ ਤੇ ਨਹੀਂ ਚੱਲਦੇ, ਜੋ ਬੁਰੇ ਕੰਮਾਂ ਦੇ ਵਿੱਚ ਫਸੇ ਹੋਏ ਹਨ, ਚੁਗਲੀਆਂ ਕਰਨੀਆਂ, ਨਿੰਦਾ ਕਰਨੀ, ਬੁਰੇ ਕੰਮਾਂ ਦੇ ਵਿੱਚ ਲੱਗੇ ਰਹਿਣਾ ਔਰ ਹਮੇਸ਼ਾ ਖੁਦਾਵੰਦ ਦੇ ਨਾਂ ਨੂੰ ਛੱਡ ਕੇ ਦੂਸਰੇ ਲੋਕਾਂ ਦੇ ਵਿੱਚ, ਦੂਸਰੀਆਂ ਗੱਲਾਂ ਦੇ ਵਿੱਚ ਲੱਗੇ ਰਹਿਣਾ। ਉਸਨੇ ਕਿਹਾ ਕਿ ਪ੍ਰਭੂ ਤੈਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਹੈ। ਔਰ ਉਹ ਲੋਕ ਜੋ ਇਸ ਦੁਨੀਆ ਦੇ ਵਿੱਚ ਇਸ ਵਕਤ
ਉਹ ਸਭ ਕੁਝ ਚੱਲ ਰਿਹਾ ਹੈ, ਉਹ ਤੇਰੇ ਘਰ ਦੇ ਵਿੱਚ ਕਦੀ ਵੀ ਦਾਖਲ ਨਹੀਂ ਹੋ ਸਕਣਗੇ। ਸਾਡਾ ਇਹ ਪੈਸਾ ਹੋਣਾ ਜਾਂ ਸਾਡੇ ਕੋਲ ਕੰਮ ਕਾਜ ਜ਼ਿਆਦਾ ਹੋਣਾ ਜਾਂ ਉਹ ਮਾਇਨੇ ਨਹੀਂ ਰੱਖਦਾ, ਕਿਉਂਕਿ ਖੁਦਾਵੰਦ ਨੇ ਸਾਨੂੰ ਬਣਾਇਆ ਆਪਣੇ ਲਈ। ਖੁਦਾਵੰਦ ਨੇ ਸਾਨੂੰ ਇਸ ਲਈ ਬਣਾਇਆ ਕਿ ਅਸੀਂ ਉਸਦੀ ਪ੍ਰਸਤਿਸ਼ ਕਰੀਏ, ਅਸੀਂ ਉਸਦਾ ਨਾਮ ਲਈਏ ਔਰ ਅਸੀਂ ਉਸਦੇ ਕੰਮਾਂ ਵੱਲ ਜ਼ਿਆਦਾ ਧਿਆਨ ਦਈਏ। ਖੁਦਾਵੰਦ ਪਸੰਦ ਕਰਦਾ ਹੈ ਚੰਗੇ ਲੋਕਾਂ ਨੂੰ ਜੋ ਮਨ ਦੇ ਸ਼ੁੱਧ ਹਨ। ਬਹੁਤ ਸਾਰੇ ਲੋਕੀ ਅੱਜ ਵੀ ਐਸੇ ਹਨ ਕਿ ਖੁਦਾਵੰਦ ਦੇ ਬਚਨਾਂ ਨੂੰ ਪੜ੍ਹਦੇ ਹਨ, ਸੁਣਦੇ ਹਨ, ਸੁਣਾਉਂਦੇ ਹਨ, ਔਰ ਉਹ ਸਿਰਫ ਆਪਣੇ ਲੋਕਾਂ ਦੇ ਨਾਲ, ਆਪਣੀ ਸੰਗਤੀ ਦੇ ਨਾਲ, ਆਪਣੇ ਹੀ ਧਿਆਨ ਦੇ ਵਿੱਚ ਖੁਦਾ ਦੇ ਕੰਮ ਕਰਦੇ ਹਨ, ਨਾ ਕਿ ਦੂਸਰਿਆਂ ਦੇ ਵੱਲ ਧਿਆਨ ਦੇ ਕੇ ਕਿ ਦੂਸਰਾ ਜਣਾ ਕੀ ਕਰਦਾ ਹੈ। ਸਾਨੂੰ ਵੀ ਇਸ ਤਰ੍ਹਾਂ ਬਣਨਾ ਚਾਹੀਦਾ ਹੈ ਕਿ ਅਸੀਂ ਸਿਰਫ ਪ੍ਰਭੂ ਦੇ ਵੱਲ ਲੱਗੇ ਰਹੀਏ ਔਰ ਖੁਦਾਵੰਦ ਦੇ ਇਹਨਾਂ ਜੋ ਪ੍ਰਭੂ ਨੇ ਸਾਡੇ ਨਾਲ ਵਾਅਦੇ ਕੀਤੇ ਕਿ ਮੇਰੀ ਸਵਰਗ ਦੇ ਵਿੱਚ ਉਹੀ ਦਾਖਲ ਹੋ ਸਕਦਾ ਜੋ ਮੇਰੇ ਸਾਰੇ ਜਣੇ ਨੇ ਜੋ ਪ੍ਰਭੂ ਪ੍ਰਭੂ ਕਹਿੰਦੇ ਹਨ। ਉਸ ਖੁਦਾ ਨੇ ਪਵਿੱਤਰ ਬਚਨ ਵਿੱਚ ਸਾਫ਼ ਲਿਖਿਆ ਹੈ ਕਿ ਜੋ ਹਰ ਇੱਕ ਕੋਈ ਪ੍ਰਭੂ ਪ੍ਰਭੂ ਕਹਿੰਦਾ ਹੈ ਉਹ ਮੇਰੇ ਰਾਜ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ, ਸਭ ਦੀ ਮਦਦ ਕਰਨੀ ਚਾਹੀਦੀ ਹੈ। ਇਹ ਕੰਮ ਪ੍ਰਭੂ ਨੂੰ ਪਸੰਦ ਹਨ, ਜੋ ਸੱਚੇ ਦਿਨੋਂ ਸਾਨੂੰ ਦੂਸਰਿਆਂ ਦੀ ਹੈਲਪ ਕਰਨ ਲਈ ਜਾਂ ਚੰਗੇ ਲੋਕਾਂ ਦੇ ਨਾਲ ਮਿਲਣਾ, ਚੰਗੇ ਬੋਲਣਾ, ਦੂਸਰਿਆਂ ਬਾਰੇ ਹਮੇਸ਼ਾ ਚੰਗਾ ਸੋਚਣਾ, ਔਰ ਖੁਦਾਵੰਦ ਨੂੰ ਉਹੀ ਸਭ ਕੁਝ ਪਸੰਦ ਹੈ। ਇਹ ਜ਼ਬੂਰ ਸਾਰਾ ਮੈਨੂੰ ਬਹੁਤ ਵਧੀਆ ਲੱਗਿਆ। ਸਿਰਫ ਹਮੇਸ਼ਾ ਸਾਡੇ ਲਈ ਹੀ ਨਹੀਂ ਹੁੰਦਾ, ਅਸੀਂ ਵੀ ਬਹੁਤ ਐਸਾ ਕੁਝ ਸੋਚ ਲੈਂਦੇ ਹਾਂ ਕਿ ਜੋ ਸਾਡੇ ਲਈ ਚੰਗਾ ਨਹੀਂ ਹੁੰਦਾ, ਪਰ ਖੁਦਾਵੰਦ ਸਾਡੀ ਹਮੇਸ਼ਾ ਮਦਦ ਕਰਦਾ ਹੈ। ਪ੍ਰਭੂ ਹਮੇਸ਼ਾ ਸਾਨੂੰ ਬਚਾ ਕੇ ਰੱਖਦਾ ਹੈ। ਅਸੀਂ ਵੀ ਇਹ ਸੋਚੀਏ ਕਿ ਪ੍ਰਭੂ ਦੇ ਵਿੱਚ ਹਮੇਸ਼ਾ ਬਣੇ ਰਹੀਏ, ਪ੍ਰਾਰਥਨਾ ਕਰੀਏ, ਔਰ ਖੁਦਾਵੰਦ ਦੇ ਜੋ ਲੋਕ ਐਸਾ ਅਸੀਂ ਕਿਸੇ ਨੂੰ ਦੇਖਦੇ ਵੀ ਹਾਂ, ਅਗਰ ਸਾਡੀ ਬੁਰਾਈ ਕੋਈ ਕਰਦਾ ਹੈ ਜਾਂ ਅਸੀਂ ਕਿਸੇ ਦੀ ਬੁਰਾਈ ਬਾਰੇ ਸੋਚਦੇ ਹਾਂ, ਤੇ ਪਹਿਲਾਂ ਸਾਨੂੰ ਵਚਨਾਂ ਦੇ ਵਿੱਚ ਜਾਣਾ ਚਾਹੀਦਾ ਕਿ ਪ੍ਰਭੂ ਨੇ ਸਾਡੇ ਲਈ ਕੀ ਬਣਾਇਆ, ਪ੍ਰਭੂ ਸਾਨੂੰ ਕੀ ਕਹਿੰਦਾ ਹੈ। ਮੇਰਾ ਇਹ ਮੰਨਣਾ ਹੈ ਕਿ ਇਹ ਜ਼ਬੂਰ ਖੁਦਾਵੰਦ ਦੇ ਪ੍ਰਸਤੁਤੀ ਦੇ ਲਈ ਹੈ ਔਰ ਸਾਨੂੰ ਉਸ ਦੇ ਨਾਲ ਹਮੇਸ਼ਾ ਈਮਾਨਦਾਰੀ ਦੇ ਨਾਲ ਚੱਲਣਾ ਚਾਹੀਦਾ ਹੈ। ਆਮੀਨ। ਆਮੀਨ। ਥੈਂਕ ਯੂ ਆਂਟੀ ਜੀ। ਮੈਂ ਹੁਣ ਇਨਵਾਈਟ ਕਰਾਂਗੀ ਅੰਕਲ ਕਾਸ਼ਿਫ ਨੂੰ ਕਿ ਉਹ ਵੀ ਆਪਣੇ ਕਮੈਂਟਰੀ ਸਾਡੇ ਸਾਰੇ ਨਾਲ ਸ਼ੇਅਰ ਕਰਨ ਤੇ ਨਾਲ ਉਹ ਸਾਨੂੰ ਇਹ ਜ਼ਬੂਰ ਫਿਰ ਤੋਂ ਗਾ ਕੇ ਸੁਣਾਉਣਗੇ। ਥੈਂਕ ਯੂ ਐਂਜਲ। ਖੁਦਾਵੰਦ ਦੀ ਬਾਦਸ਼ਾਹੀ ਚ ਦਾਖਲ ਹੋਣ ਦੇ ਉੱਤੇ ਅੱਜ ਦੇ ਦੌਰ ਚ ਜਿਹਨੂੰ ਅਸੀਂ ਕਹਿੰਦੇ ਆ ਖੁਦਾ ਦੀ ਬਾਦਸ਼ਾਹੀ ਮੇ ਦਾਖਲ ਹੋਣਾ, ਉਹ ਇੱਥੇ ਖੁਦਾ ਦੇ ਪਹਾੜ ਤੇ ਆਣਾ, ਉਹਦੇ ਘਰ ਚ ਜਾਣਾ, ਉਹਦੇ ਮੁਤਰਾਦਿਫ ਹੈ। ਉਦੋਂ ਜਦੋਂ ਕਿ ਫਜ਼ਲ ਦਾ ਦੌਰ ਹੈ ਨਹੀਂ ਸੀ, ਜਦੋਂ ਖੁਦਾ ਦਾ ਰੂਹ ਸਾਡੇ ਉੱਤੇ ਨਹੀਂ ਸੀ ਆਇਆ, ਸਾਡੇ ਵਿੱਚ ਨਹੀਂ ਸੀ, ਉਦੋਂ ਹੈਕਲ ਖੁਦਾ ਦੀ ਨਜ਼ਦੀਕੀ ਦਾ ਇੱਕ ਨਿਸ਼ਾਨ ਸੀ, ਕੋਹੇ ਸਯੂਨ ਖੁਦਾ ਦੀ ਨਜ਼ਦੀਕੀ ਦਾ ਇੱਕ ਨਿਸ਼ਾਨ ਸੀ। ਜਦੋਂ ਖੁਦਾ ਦਾ ਰੂਹੁਲ ਕੁਦਸ ਸਾਡੇ ਵਿੱਚ ਆ ਗਿਆ ਔਰ ਸਾਨੂੰ ਇਹ ਦੱਸਿਆ ਗਿਆ ਕਿ ਖੁਦਾਵੰਦ ਦੀ ਬਾਦਸ਼ਾਹੀ ਜਿਹੜੀ ਹੈ ਉਹ ਸਾਡੇ ਵਿੱਚ ਹੈ, ਤੇ ਉਦੋਂ ਸਾਡੇ ਵਾਸਤੇ ਉਹਦੀ ਕੁਰਬਤ ਦਾ, ਉਹਦੇ ਨੇੜੇ ਹੋਣ ਦਾ ਜਿਹੜਾ ਤਰੀਕਾ ਸੀ ਉਹ ਬਦਲ ਗਿਆ। ਲੇਕਿਨ ਜਿਹੜਾ ਉਹਦੇ ਬਾਦਸ਼ਾਹ ਚ ਦਾਖਲ ਹੋਣਾ ਹੈ ਜਾਂ ਉਹਦੇ ਪਹਾੜ ਤੇ ਜਾਣਾ ਹੈ, ਉਹਦੇ ਵਾਸਤੇ ਜਿਹੜਾ ਕ੍ਰਾਈਟੀਰੀਆ ਹੈ ਕਹਿ ਲਓ ਕਿ ਜੋ ਬੰਦੇ ਦੇ ਅੰਦਰ ਸਿਫਤਾਂ ਹੋਣੀਆਂ ਚਾਹੀਦੀਆਂ ਨੇ ਉਹ ਇਸ ਜ਼ਬੂਰ ਚ ਲਿਖੀਆਂ ਨੇ, ਉਹ ਉਦੋਂ ਵੀ ਹੋਏ ਸਨ, ਅੱਜ ਵੀ ਹੋਏ ਨੇ। ਇੱਕ ਚੀਜ਼ ਜਿਹੜੀ ਸਾਡੇ ਜ਼ਿਹਨ ਚ ਹੁੰਦੀ ਹੈ, ਇਹ ਬੜਾ ਬਚਪਨ ਤੋਂ ਔਰ ਇੱਕ ਕਨਸੈਪਟ ਹੈ, ਕਿਉਂਕਿ ਅਸੀਂ ਗੈਰ ਕੌਮਾਂ ਚ ਵੀ ਰਹਿੰਦੇ ਹਾਂ, ਕਿ ਖੁਦਾ ਦੇ ਘਰ ਚ ਜਾਣ ਲਈ, ਖੁਦਾ ਦੇ ਹੁਜ਼ੂਰ ਜਾਣ ਲਈ, ਉਹਦੀ ਜੰਨਤ ਚ ਜਾਣ ਲਈ, ਇਹ ਜ਼ਿੰਦਗੀ ਜਦੋਂ ਖਤਮ ਹੁੰਦੀ ਹੈ ਤੇ ਬੰਦਾ ਮਰ ਜਾਂਦਾ ਹੈ ਤੇ ਫਿਰ ਉਹਦੀ ਬਾਦਸ਼ਾਹ ਚ ਅਸੀਂ ਦਾਖਲ ਹੋਵਾਂਗੇ। ਲੇਕਿਨ ਇਹ ਕਨਸੈਪਟ ਗਲਤ ਹੈ, ਕਿਉਂਕਿ ਮੌਤ ਦੇ ਮਾਨੀ ਮਸੀਹ ਦੇ ਜੀ ਉੱਠਣ ਤੋਂ ਬਾਅਦ ਖਤਮ ਹੋ ਗਏ ਸਨ। ਹੁਣ ਖੁਦਾ ਦੀ ਬਾਦਸ਼ਾਹ ਚ ਦਾਖਲ ਹੋਣ ਵਾਸਤੇ ਮਰਨ ਦੀ ਜ਼ਰੂਰਤ ਨਹੀਂ ਹੁੰਦੀ। ਖੁਦਾ ਦੀ ਬਾਦਸ਼ਾਹ ਚ ਦਾਖਲ ਹੋਣਾ ਇੱਥੇ ਹੀ ਹੈ, ਇਸੇ ਜ਼ਿੰਦਗੀ ਚ ਹੈ। ਤੁਸੀਂ ਆਪਣੀ ਜ਼ਿੰਦਗੀ ਦੇ ਇਰਦ ਗਿਰਦ ਦੇਖੋ ਦਿਗੇ ਤੇ ਖੁਦਾ ਦੀ ਬਾਦਸ਼ਾਹੀ ਸਾਡੇ ਵਿੱਚ ਹੈ। ਇਸ ਵਾਸਤੇ ਜੋ ਅੱਛਾ ਹੈ ਉਹ ਵੀ ਜ਼ਿੰਦਗੀ ਦੇ ਅੰਦਰ ਖੁਦਾ ਦੀ ਬਾਦਸ਼ਾਹੀ ਸਾਡੇ ਨਾਲ ਹੈ। ਜੇ ਅਸੀਂ ਉਹਦੇ ਹੁਕਮਾਂ ਨੂੰ ਨਹੀਂ ਮੰਨਦੇ ਤੇ ਉਹਦੀ ਬਾਦਸ਼ਾਹੀ ਚੋਂ ਕੱਢੇ ਜਾਂਦੇ ਆ, ਉਹ ਵੀ ਇੱਥੇ ਹੀ ਹੈ ਇਸ ਦੁਨੀਆ ਦੇ ਅੰਦਰ। ਹਾਂ, ਉਹਦੇ ਬਾਅਦ ਸਾਡੇ ਕੋਲ ਸਿਰਫ ਇੱਕ ਵਾਅਦਾ ਹੈ
ਕਿ ਜੇ ਅਸੀਂ ਖੁਦਾ ਦੀ ਬਾਦਸ਼ਾਹਤ 'ਚ ਦਾਖਲ ਹੋ ਗਏ, ਇਹ ਚੀਜ਼ਾਂ ਜਿਹੜੀਆਂ ਨੇ ਖੁਦਾ ਦੀਆਂ ਜਿਹੜੀਆਂ ਨਿਮਤਾਂ ਨੇ ਉਹਨਾਂ ਨੂੰ ਅਸੀਂ ਲੱਭ ਲਿਆ, ਤੇ ਫਿਰ ਉਹਦੇ ਘਰ 'ਚ ਜਾਣ ਵਾਸਤੇ ਸਾਨੂੰ ਕੋਈ ਐਫਰਟ ਕਰਨ ਦੀ ਜ਼ਰੂਰਤ ਨਹੀਂ, ਕੋਈ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਖਾਸ, ਕਿਉਂਕਿ ਅਸੀਂ ਉਹਦੀ ਆਲਰੇਡੀ ਬਾਦਸ਼ਾਹ 'ਚ ਹੈ। ਇਹ ਮੇਰੀ ਸੋਚ ਹੈ ਇਸ ਜ਼ਬੂਰ ਨੂੰ ਦੇਖ ਕੇ ਔਰ ਪੜ੍ਹ ਕੇ। ਉਹਦੇ ਜਿਹੜੀ ਸਿਆਲਕੋਟ ਕਨਵੈਨਸ਼ਨ ਦੀ ਕਿਤਾਬ ਹੈ ਉਹਦੇ ਚੋਂ ਮੈਂ ਦੁਬਾਰਾ ਇਹਦੇ ਕੁਛ ਅਸ਼ਾਰ ਗਾਵਾਂਗਾ। ऐ यहोवा तेरे घर कौन सलामत रहेगा, कौन जो तेरे पाक पहाड़ उत्ते रहेगा सदा, अपने हक हमसाए नालो करदा ना बुराई, ऐबां वाली ਉਹਨਾਂ ਤੇ ਗੱਲ ਉਸ ਕਦੇ ਨਾ ਲਾਈ। ਐ ਯਹੋਵਾ ਤੇਰੇ ਘਰ ਕੌਣ ਸਲਾਮਤ ਰਹੇਗਾ, ਕੌਣ ਜੋ ਤੇਰੇ ਪਾਕ ਪਹਾੜ ਉੱਤੇ ਰਹੇਗਾ ਸਦਾ। ਆਮੀਨ। 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 ਥੈਂਕ ਯੂ ਅੰਕਲ ਜੀ, ਐਂਡ ਥੈਂਕ ਯੂ ਤੁਹਾਡੇ ਸਾਰਿਆਂ ਦਾ ਇਸ ਰਿਫਲੈਕਸ਼ਨ ਲਈ। ਮੈਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਇਸ ਐਪੀਸੋਡ ਵਿੱਚ ਸਾਡੇ ਨਾਲ ਸ਼ਾਮਿਲ ਰਹੇ ਹਨ, ਸਾਡੀ ਸੀਰੀਜ਼ ਦੇ ਦੌਰਾਨ ਸਾਨੂੰ ਫੀਡਬੈਕ ਦਿੰਦੇ ਰਹਿੰਦੇ ਆ। ਅਸੀਂ ਤੁਹਾਡਾ ਫੀਡਬੈਕ ਅਪਰੀਸ਼ੀਏਟ ਕਰਦੇ ਹਾਂ। ਅਸੀਂ ਇਸੇ ਤਰ੍ਹਾਂ ਨੈਕਸਟ ਸੰਡੇ ਨੂੰ ਫਿਰ ਤੋਂ ਮਿਲ ਕੇ ਦਾਊਦ ਦੇ ਜ਼ਬੂਰਾਂ ਤੇ ਗੌਰ ਕਰਾਂਗੇ। ਥੈਂਕ ਯੂ। ਥੈਂਕ ਯੂ। Thank you.